ਕੀ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜਨ ਵਾਸਤੇ ਤਿਆਰ ਹੋ? मैं ना दबिया किसी को कदी, ना मैं कदी किसी अगे झुकिया। जमीन किते नहीं हुंदी। इत्थे इहो जिहे वाइस प्रधान जां जनरल सैकटरी बने आ पंजाब दे बॉडी दे विच जिन्हां ने बूथ नहीं कदी जित्तिया। 117 इन्हां दा भुलेखा ही है। ਤੁਹਾਨੂੰ ਸਵਾਲ ਕੀਤਾ ਸੀ ਕਿ ਤੁਹਾਡੇ ਖਿਲਾਫ ਹਰਕਤ ਹੋ ਰਹੀ ਹੈ ਕਿ ਨਿਲ ਜੋਸ਼ੀ ਨੂੰ ਬਾਹਰ ਕੱਢ ਦਿਓ, ਕਿ ਇਸ ਤਰ੍ਹਾਂ ਦੀ ਇੰਨੀ ਹਿੰਮਤ ਹਾਲੇ ਤੱਕ ਨਹੀਂ ਇਹਨਾਂ ਦੀ ਹੋਈ। TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਕ ਖਾਸ ਹੈ, ਇੱਕ ਵਿਸ਼ੇਸ਼ ਹੈ। ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਗੱਲਾਂ ਬਾਤਾਂ ਅੱਜ ਦੇ ਅਸੀਂ ਇਸ ਖਾਸ ਪ੍ਰੋਗਰਾਮ ਦੌਰਾਨ ਕਰਨੀਆਂ ਨੇ। ਤੁਹਾਨੂੰ ਯਾਦ ਹੋਣਾ ਹੈ ਕਿ 7 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਸੁਧਾਰ ਕਾਨੂੰਨ 3 ਬਣਾਏ ਗਏ। ਲਗਾਤਾਰਤਾ ਦੇ ਨਾਲ ਕਿਸਾਨ ਜਥੇਬੰਦੀਆਂ ਤੇ ਕਿਸਾਨ ਭਾਈਚਾਰਾ ਉਸ ਦੇ ਵਿਰੋਧ ਵਿੱਚ ਉਤਰਿਆ ਹੋਇਆ ਹੈ। ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਧਿਰਾਂ ਨੇ ਜਿਹੜੀਆਂ ਇਸ ਵਕਤ ਬੈਕ ਫੁੱਟ ਤੇ ਨੇ। ਉਹਨਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਸਿੱਧ ਮਸਿੱਧੀ ਦੇ ਨਿਸ਼ਾਨੇ ਤੇ ਹੈ। ਬਹੁਤ ਸਾਰੇ ਇਸ ਪਾਰਟੀ ਦੇ ਲੀਡਰ ਨੇ ਜਿਹੜੇ ਆਪਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹੈ ਜਾਂ ਅਕਸਰ ਇਹ ਕਹਿੰਦੇ ਨੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਸੱਚਮੁੱਚ ਹੋ ਜਾਣੀ ਹੈ। ਪਰ ਪਹਿਲਾਂ ਪਹਿਲ ਸਭ ਕੁਝ ਠੀਕ ਲੱਗ ਰਿਹਾ ਸੀ। ਹੁਣ ਜਿਉਂ-ਜਿਉਂ ਸਮਾਂ ਵੱਧਦਾ ਜਾ ਰਿਹਾ ਤੇ 2022 ਨੇੜੇ ਆਉਂਦਾ ਜਾ ਰਿਹਾ ਹੈ, ਕੁਝ ਇੱਕ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ, ਉਹਨਾਂ ਨੇ ਕਿਸਾਨ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਇਹ ਆਖਿਆ ਜਾ ਸਕਦਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਵੀ ਸਭ ਕੁਝ ਅੱਛਾ ਨਹੀਂ ਹੈ। ਪੰਜਾਬ ਸਰਕਾਰ ਦੇ ਵਿੱਚ ਕੈਬਨਿਟ ਵਜ਼ੀਰ ਰਹੇ, ਕੈਬਨਿਟ ਮਿਨਿਸਟਰ ਰਹੇ ਨੇ, ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ, ਅਨਿਲ ਜੋਸ਼ੀ ਸਾਹਿਬ। ਵਿਭਾਗੀ ਕਾਰਨ ਜਾਣੇ ਜਾਂਦੇ ਆ। ਬੀਤੇ ਦਿਨੀ ਉਹਨਾਂ ਨੇ ਬਹੁਤ ਬੁਲੰਦ ਆਵਾਜ਼ ਕਿਸਾਨ ਭਾਈਚਾਰੇ ਦੇ ਹੱਕ ਵਿੱਚ ਖੋਲ੍ਹੀ। ਅੱਜ ਉਹਨਾਂ ਦੇ ਨਾਲ ਅਸੀਂ ਮੁਲਾਕਾਤ ਕਰਾਂਗੇ। ਕੁਝ ਇੱਕ ਨਵੀਆਂ ਕਨਸੂਆਂ ਨੇ ਜਿਹੜੀਆਂ ਮਿਲ ਰਹੀਆਂ, ਉਹਦੇ ਮੁਤਲਕ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਸਭ ਤੋਂ ਪਹਿਲਾਂ ਜੋਸ਼ੀ ਸਾਹਿਬ ਹੋਰਾਂ ਦਾ ਸਵਾਗਤ ਕਰਦੇ ਹਾਂ। ਅਨਿਲ ਜੋਸ਼ੀ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਬੈਨੀਪਾਲ ਜੀ। ਮੇਰਾ TVN ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ। ਵਾਹਿਗੁਰੂ ਫਤਿਹ, ਜੈ ਸ਼੍ਰੀ ਰਾਮ ਜੀ। ਅੱਛਾ, ਮੈਨੂੰ ਇਹ ਦੱਸਿਓ ਜੋਸ਼ੀ ਸਾਹਿਬ, ਮੈਂ ਜਿੱਥੋਂ ਸ਼ੁਰੂਆਤ ਕੀਤੀ ਹੈ ਕਿ ਕਾਨੂੰਨ ਬਣ ਗਏ ਨੇ, ਕਾਨੂੰਨ ਬਣਦੇ ਵੀ ਰਹਿੰਦੇ ਆ, ਸਰਕਾਰਾਂ ਬਣਾਉਂਦੀਆਂ ਨੇ, ਪਰ ਕੀ ਕਦੇ ਇੰਜ ਹੁੰਦਾ ਹੈ ਕਿ ਜੇਕਰ ਕੋਈ ਭਾਈਚਾਰਾ ਚਾਹੁੰਦਾ ਹੀ ਨਾ ਹੋਵੇ ਜਾਂ ਜਿਨ੍ਹਾਂ ਵਾਸਤੇ ਕਾਨੂੰਨ ਬਣੇ ਹੋਣ, ਕੀ ਫਿਰ ਵੀ ਕਾਨੂੰਨ ਬਣਾਏ ਜਾ ਚੁੱਕੇ ਹੋਣ ਤੇ ਬਾਅਦ ਦੇ ਵਿੱਚ ਉਹ ਸਾਰੀ ਦੀ ਸਾਰੀ ਪਾਰਟੀ, ਛੋਟੇ ਤੋਂ ਲੈ ਕੇ ਵੱਡਾ ਲੀਡਰ, ਇਹੀ ਕਹੀ ਜਾਵੇ ਕਿ ਤੁਹਾਡੀ ਆਮਦਨ ਦੁੱਗਣੀ ਹੋ ਜਾਣੀ ਹੈ ਤੇ ਇਹ ਕਾਨੂੰਨ ਰੱਦ ਨਹੀਂ ਹੋਣੇ? ਸਭ ਤੋਂ ਵੱਡਾ ਰੇੜਕਾ ਇਸੇ ਗੱਲ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਰੱਦ ਕਰੋ। ਤੁਸੀਂ ਬੀਤੇ ਦਿਨੀ ਇਸ ਮਸਲੇ ਦੇ ਉੱਤੇ ਖੁੱਲ੍ਹ ਕੇ ਬੋਲੇ। ਆਮ ਤੌਰ ਤੇ ਹੁੰਦਾ ਜਦੋਂ ਕੋਈ ਖੁੱਲ੍ਹ ਕੇ ਬੋਲਦਾ ਲੀਡਰ ਤੇ ਉਹਨੂੰ ਦਬਾ ਲਿਆ ਜਾਂਦਾ। ਤੁਸੀਂ ਅੱਜ ਵੀ ਉੱਥੇ ਹੀ ਖੜੇ ਹੋ ਜਾਂ ਕੁਝ ਉਹਦੇ ਵਿੱਚ ਟਰਨ ਜਾਂ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਹੈ ਜੀ? ਨਹੀਂ, ਮੈਂ ਅੱਜ ਵੀ ਉੱਥੇ ਹੀ ਖੜਾ ਜੀ। ਮੈਨੂੰ ਕੋਈ ਫਰਕ ਨਹੀਂ ਇਸ ਗੱਲ ਦਾ। ਤੁਹਾਨੂੰ ਪਤਾ, ਮੈਂ ਪਹਿਲਾਂ ਵੀ ਜਿੰਨੀਆਂ ਇੰਟਰਵਿਊਜ਼ ਹੋਈਆਂ ਮੈਂ ਉਹਦੇ 'ਚ ਦੱਸ ਚੁੱਕਾ ਕਿ ਮੈਂ ਪਿੰਡਾਂ ਦਾ ਰਿਹਾ, ਪਿੰਡਾਂ ਦਾ ਪਲਿਆ। 24 ਸਾਲ ਦੀ ਉਮਰ ਤੱਕ ਪਿੰਡ ਰਿਹਾ। ਛੋਟਾ ਪਿੰਡ ਸੀਗਾ ਤੇ ਉਹੀ ਪੇਂਡੂ ਕਲਚਰ ਜਿਸ ਤਰ੍ਹਾਂ ਬਾਕੀ ਰਹਿੰਦੇ ਸੀ ਉਸ ਤਰ੍ਹਾਂ ਹੀ। ਫਾਦਰ ਟੀਚਰ ਸੀਗੇ, ਵਾਈ ਖੇਤੀ ਸੀ ਨਾਲ, ਕਿਉਂਕਿ ਪਿੰਡਾਂ ਦੇ ਵਿੱਚ ਜੇ ਕੋਈ ਇੱਕ ਬੰਦਾ ਨੌਕਰੀ ਕਰਦਾ ਤੇ ਉਹਦੇ ਨਾਲ ਵਾਈ ਖੇਤੀ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਇਸ ਕਰਕੇ ਉਹੀ ਕੰਮ ਅਸੀਂ ਕਰਦੇ ਰਹੇ ਹਾਂ। ਇਸ ਤਰ੍ਹਾਂ ਹੀ ਡੰਗਰ ਸੀ ਸਾਡੇ ਘਰ ਵੀ। ਅਸੀਂ ਮੱਝਾਂ ਦੀਆਂ ਧਾਰਾਂ ਕੱਢੀਆਂ, ਪੱਠੇ ਕੁਤਰੇ ਆ, ਕਣਕਾਂ ਬੀਜੀਆਂ, ਗਾਈਆਂ, ਝੋਨੇ ਝਾੜੇ ਆ, ਝੋਨੇ ਬੀਜੇ ਆ, ਸਾਰਾ ਕੁਛ ਕੀਤਾ। ਤੇ 24 ਸਾਲ ਇੱਕ ਅਰਸਾ ਹੁੰਦਾ ਉਮਰ ਦਾ ਜਿਹੜਾ ਉਸ ਪਿੰਡ ਦੇ ਵਿੱਚ ਮੈਂ ਗੁਜ਼ਾਰਿਆ। ਫਿਰ ਬਿਜ਼ਨਸ ਕੀਤਾ ਉੱਥੇ ਤਰਨਤਾਰਨ ਦੇ ਵਿੱਚ, ਬੜੀ ਪਰਮਾਤਮਾ ਦੀ ਕਿਰਪਾ ਹੋਈ। ਫਿਰ ਰਾਜਨੀਤੀ ਦੇ ਵਿੱਚ ਸੋਸ਼ਲ ਵਰਕਰ ਕਰਦਿਆਂ ਕਰਦਿਆਂ ਕਦਮ ਰੱਖਿਆ ਗਿਆ ਤੇ ਇਹ ਕੋਈ ਨਹੀਂ ਸੀ ਪਤਾ ਵੀ ਆਪਾਂ ਰਾਜਨੀਤੀ 'ਚ ਇੱਥੋਂ ਤੱਕ ਪਹੁੰਚਣਾ। ਮੈਂ ਕੈਬਨਿਟ ਮਿਨਿਸਟਰ ਬਣਿਆ। ਅੰਮ੍ਰਿਤਸਰ ਗੁਰੂ ਦੀ ਨਗਰੀ, ਇੱਕ ਬੜਾ ਵੱਡਾ, ਮੈਂ ਤੇ
ਹਮੇਸ਼ਾ ਇਹ ਫੀਲ ਕਰਦਾ ਵੀ ਮੇਰੇ ਤੇ ਪਰਮਾਤਮਾ ਦੀ ਕਿੱਡੀ ਵੱਡੀ ਕਿਰਪਾ ਵੀ ਮੈਂ ਪਿੰਡ ਸੰਘੇ ਦਾ ਜੰਮਿਆ, ਤਰਨਤਾਰਨ ਗੁਰੂ ਅਰਜਨ ਸਾਹਿਬ ਦੀ ਨਗਰੀ ਦੇ ਵਿੱਚ। ਮੇਰੀ ਉਹ ਜਿਹੜੀ ਆ ਉਹ ਜਨਮ ਸਥਲੀ ਮੇਰੀ ਪਿੰਡ ਸੀ, ਤੇ ਕਰਮ ਸਥਲੀ ਜਿਹੜੀ ਆ ਮੇਰੀ ਗੁਰੂ ਅਰਜਨ ਸਾਹਿਬ ਦਾ ਇਹ ਪਵਿੱਤਰ ਨਗਰ ਤਰਨਤਾਰਨ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਨਗਰੀ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਤੇ ਮੈਂ ਵਡਭਾਗੀ ਹਾਂ। ਦੁਨੀਆ 117 ਵਿਧਾਨ ਸਭਾ ਸੀਟਾਂ ਪੰਜਾਬ ਦੇ ਵਿੱਚ। ਤੇ ਜਦੋਂ ਮੈਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਜਗ੍ਹਾ ਤੇ ਜਾ ਕੇ ਜਦੋਂ ਇਹ ਗੱਲ ਕਰਦਾ ਨਾ ਵੀ ਮੈਂ ਅੰਮ੍ਰਿਤਸਰ ਗੁਰੂ ਦੀ ਨਗਰੀ ਤੋਂ MLA ਆ ਜਾਂ ਮਿਨਿਸਟਰ ਆ, ਤੇ ਮੇਰਾ ਤੇ ਸੀਨਾ ਚੌੜਾ ਹੁੰਦਾ ਹੀ ਆ, ਮੈਨੂੰ ਤੇ ਫਖਰ ਮਹਿਸੂਸ ਹੀ ਹੁੰਦਾ, ਅਗਲੇ ਦੇ ਵੀ ਉਸੇ ਵੇਲੇ ਅੱਖਾਂ 'ਚ ਚਮਕ ਆ ਜਾਂਦੀ ਹੈ। ਇਹ ਆ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ। ਦੁਨੀਆ 'ਚ ਬੈਠਾ ਕਿਤੇ ਵੀ ਹਿੰਦੁਸਤਾਨੀ, ਪੰਜਾਬੀ, ਫੋਰਨਰ ਵੀ ਉਹ ਹਮੇਸ਼ਾ ਹੀ ਲੋਚਦੇ ਆ ਕਿ ਅਗਰ ਕਿਤੇ ਹਿੰਦੁਸਤਾਨ ਜਾਣ ਦਾ ਮੌਕਾ ਮਿਲੇ ਤੇ ਪੰਜਾਬ 'ਚ ਅੰਮ੍ਰਿਤਸਰ ਜਾ ਕੇ ਸਵਰਨ ਮੰਦਿਰ ਦੇ ਦਰਬਾਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਤੇ ਇਹ ਇਸ ਸ਼ਹਿਰ ਦੀ ਖਾਸੀਅਤ ਹੈ ਜਿੱਥੇ ਮੈਨੂੰ ਗੁਰੂ ਸਾਹਿਬ ਨੇ ਕੰਮ ਕਰਨ ਦਾ ਮੌਕਾ ਦਿੱਤਾ। ਇਸ ਕਰਕੇ ਮੈਨੂੰ ਕੋਈ ਹੁਣ ਇਹ ਲਾਲਸਾ ਨਹੀਂ ਗੀ, ਮੈਨੂੰ ਕੋਈ ਤਮਾ ਨਹੀਂ ਹੈਗੀ ਕਿ ਰਾਜਨੀਤੀ 'ਚ ਮੈਂ ਹੋਰ ਕੀ ਕਰਨਾ। ਮੈਂ ਜਿੰਨਾ ਇੱਥੇ ਕੰਮ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਆ ਸੀ, ਮੈਂ ਵਾਹ ਲਾ ਕੇ ਇਸ ਗੁਰੂ ਨਗਰੀ ਦੀ, ਕਿਉਂਕਿ ਮੇਰੇ ਕੋਲ ਸ਼ਹਿਰੀ ਡਿਪਾਰਟਮੈਂਟ ਸੀਗਾ, ਤੇ ਮੈਂ ਰਾਤ ਦਿਨ ਇੱਕ ਕਰਕੇ ਇਹਨੂੰ ਸਵਾਰਨ ਦੀ ਕੋਸ਼ਿਸ਼ ਕੀਤੀ। ਤੇ ਸਾਡੇ ਟਾਈਮ ਦੇ ਉੱਤੇ ਹੀ ਜਦੋਂ ਅਕਾਲੀ ਭਾਜਪਾ ਕੋਲੀਸ਼ਨ ਸਰਕਾਰ ਸੀ, ਮੇਰੇ ਕੋਲ ਲੋਕਲ ਬਾਡੀਜ਼ ਡਿਪਾਰਟਮੈਂਟ ਸੀਗਾ, ਤੇ ਉਹੀ ਸ਼ਹਿਰੀ ਡਿਵੈਲਪਮੈਂਟ ਦਾ ਜਿਹੜਾ ਡਿਪਾਰਟਮੈਂਟ ਹੁੰਦਾ ਵੀ ਸ਼ਹਿਰਾਂ ਦੀ ਡਿਵੈਲਪਮੈਂਟ ਜਿਹੜੀ ਆ ਉਹਦੇ ਜ਼ਿੰਮੇ ਹੁੰਦੀ ਆ। ਤੇ ਮੈਂ ਰਾਤ ਦਿਨ ਇੱਕ ਕਰਕੇ ਇਹਨੂੰ ਸਵਾਰਿਆ। ਸਾਡੇ ਟਾਈਮ ਦੇ ਉੱਤੇ ਤਕਰੀਬਨ 2.5 ਗੁਣਾ ਇੱਥੇ ਟੂਰਿਸਟ ਵਧਿਆ ਦਰਬਾਰ ਸਾਹਿਬ ਆਉਣ ਵਾਲਿਆਂ ਦੀ। ਹੈਰੀਟੇਜ ਸਟਰੀਟ ਬਣੀ, ਬਾਕੀ ਸਾਰੀਆਂ ਯਾਦਗਾਰਾਂ ਬਣੀਆਂ, ਬਾਗ ਬਗੀਚੇ, ਲੇਜ਼ਰ ਸ਼ੋ, ਮਿਊਜ਼ੀਕਲ ਫਾਊਂਟੇਨ, ਮਤਲਬ ਸ਼ਹਿਰ ਦੀ ਦਿੱਖ ਅਸੀਂ ਯੂਰਪ ਵਰਗੀ ਬਣਾਤੀ। ਤੁਸੀਂ ਵੀ ਇਹ ਫੀਲ ਕੀਤਾ ਹੋਊਗਾ। ਤੇ ਉਸ ਤੋਂ ਬਾਅਦ ਚਲੋ ਇਹ ਆ ਕਿ ਆਪੋਜੀਸ਼ਨ 'ਚ ਆ ਗਏ, ਕੰਮ 10 ਸਾਲ ਦੀ ਐਂਟੀ ਇਨਕੰਬੈਂਸੀ ਸੀ, ਕੁਛ ਕਾਰਨ ਹੋਰ ਸੀ, ਕੁਛ ਸਾਡੀ ਪਾਰਟੀ ਦੇ ਆਪਣੇ, ਤੇ ਮੈਂ MLA ਨਹੀਂ ਬਣ ਸਕਿਆ ਇੰਨਾ ਕੰਮ ਕਰਨ ਤੋਂ ਬਾਅਦ। ਹਾਲੇ ਕਿ ਪੂਰੇ ਪੰਜਾਬ ਦੇ ਜੇ ਸ਼ਹਿਰੀ ਸੀਟ ਕੋਈ ਵੇਖੀਏ ਤਾਂ ਸਭ ਤੋਂ ਵੱਧ ਵੋਟਾਂ ਹਾਰਨ ਦੇ ਬਾਵਜੂਦ ਵੀ ਮੇਰੀਆਂ ਕਿਸੇ ਅਕਾਲੀ BJP ਦੀ ਪਿਓਰ ਸ਼ਹਿਰੀ ਸੀਟ ਦੇ ਉੱਤੇ ਇੰਨੀ ਵੋਟ ਨਹੀਂ ਸੀ। 45,000 ਲੋਕਾਂ ਨੇ ਫਿਰ ਵੀ ਮੈਨੂੰ ਵੋਟ ਪਾਈ, ਜਦ ਕਿ ਸਰਕਮਸਟੈਂਸਿਸ ਦੇਖ ਕੇ ਕੁਛ BJP ਵੀ ਮੇਰੇ ਖਿਲਾਫ ਸੀ ਤੇ ਅਕਾਲੀ ਵੀ ਮੇਰੇ ਖਿਲਾਫ ਹੋ ਗਏ। ਮੇਰਾ ਕੰਮ ਕਰਨ ਦਾ ਇਹੋ ਜਿਹਾ ਤਰੀਕਾ, ਮੈਂ ਨਾ ਦੱਬਿਆ ਕਿਸੇ ਕੋਲ ਕਦੀ, ਨਾ ਮੈਂ ਕਦੀ ਕਿਸੇ ਅੱਗੇ ਝੁਕਿਆ। ਮੈਨੂੰ ਜੋ ਇਮਾਨਦਾਰੀ ਨਾਲ ਸਹੀ ਕੰਮ ਕਰਨਾ ਉਹੀ ਕਰਨਾ। ਮੈਂ ਕਿਸੇ ਦੇ ਪ੍ਰੈਸ਼ਰ 'ਚ ਕੋਈ ਗਲਤ ਕੰਮ ਨਹੀਂ ਕੀਤਾ, ਨਾ ਉਹ ਪਾਰਟੀ ਦੇ ਤੇ ਨਾ ਮੈਂ ਸਰਕਾਰ ਦੇ ਕੋਲੀਸ਼ਨ ਦੇ ਮੇਰੇ ਜਿਹੜੇ ਪਾਰਟਨਰ ਸੀ ਉਹਨਾਂ ਦੇ। ਇਸ ਕਰਕੇ ਮੈਂ ਅੱਜ ਵੀ ਉੱਥੇ ਹੀ ਖੜਾ। ਅੱਜ ਵੀ ਮੈਂ ਉਸ ਗੱਲ ਦੇ ਉੱਤੇ ਕਿ ਮੈਂ ਜੋ ਫੀਲ ਕੀਤਾ, ਮੈਂ ਤਾਂ 7-8 ਮਹੀਨੇ ਜਿਹੜਾ ਹਿਡਨ ਹੈ ਨਾ ਮੇਰਾ ਕੰਮ ਜੀ, ਮੈਂ ਪਾਰਟੀ ਦੇ ਵਿੱਚ ਆਵਾਜ਼ ਉਠਾਈ। ਮੈਂ ਦਿੱਲੀ ਗਿਆ, ਮੈਂ ਪੰਜਾਬ ਪ੍ਰਧਾਨ ਨੂੰ ਬਹੁਤ ਵਾਰੀ ਕਿਹਾ, ਨਹੀਂ ਗੱਲ ਸੁਣੀ ਗਈ। ਮੀਟਿੰਗਾਂ ਦੇ ਵਿੱਚ ਓਪਨ ਮੈਂ ਆਵਾਜ਼ ਉਠਾਈ, ਅਖਬਾਰਾਂ 'ਚ ਵੀ ਕੁਛ ਲੋਕਾਂ ਕੁਛ ਅਖਬਾਰਾਂ 'ਚ ਆਇਆ, ਪਰ ਇਹ ਆ ਕਿ ਅਖੀਰ ਮੈਨੂੰ ਓਪਨ ਹੋਣਾ ਪਿਆ ਵੀ ਇਹ ਆਵਾਜ਼ ਇਤਨ ਨਹੀਂ ਸੁਣੀ ਜਾ ਰਹੀ। ਮੈਂ ਘੱਟ ਤੋਂ ਘੱਟ ਆਪਣੇ ਲਾਈਕ ਮਾਈਂਡਡ ਜਿਨ੍ਹਾਂ ਤੱਕ ਆਵਾਜ਼ ਨਹੀਂ ਗਈ ਮੇਰੀ, ਉਹਨਾਂ ਨੂੰ ਤੇ ਮੈਂ ਇਹ ਸੁਣਾਵਾਂ, ਕਿਉਂਕਿ BJP ਦੇ 80% ਵਰਕਰ ਜਿਹੜੇ ਆ ਇਸ ਹੱਕ 'ਚ ਆ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ BJP ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਣਾ ਚਾਹੀਦਾ, ਪੰਜਾਬ ਦੇ ਕਿਸਾਨਾਂ ਨਾਲ ਖੜੇ ਹੋਣਾ ਚਾਹੀਦਾ, ਪੰਜਾਬ ਦੇ ਆੜ੍ਹਤੀਆਂ ਨਾਲ। ਮਸਲਾ ਹੈ ਸਿਰਫ ਕਿਸਾਨਾਂ ਦਾ ਨਹੀਂ, ਆੜ੍ਹਤੀਆਂ ਦਾ ਉੱਥੇ ਵੀ ਨਹੀਂ ਖੜੇ ਹੋਏ ਅਸੀਂ, ਸ਼ੈਲਰ ਮਾਲਕਾਂ ਦਾ ਉੱਥੇ ਵੀ ਨਹੀਂ ਖੜੇ ਹੋਏ। ਅੱਜ ਦੀ ਡੇਟ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ, ਛੋਟੇ ਵਪਾਰੀ ਆ, 1.5 ਸਾਲ ਤੋਂ ਕੋਵਿਡ ਆ, ਕੰਮ ਜਿਹੜਾ ਵਾ ਉੱਦਾਂ ਨਹੀਂ ਰਹਿ ਗਿਆ ਕਿਸੇ ਦਾ। 1.5 ਗੁਣਾ ਮਹਿੰਗਾਈ ਵੱਧ ਗਈ, ਪੈਟਰੋਲ ਵੱਧ ਗਿਆ, ਸਾਰਾ ਕੁਝ ਹੋ ਗਿਆ। ਅਸੀਂ ਉਹ ਨਹੀਂ ਆਵਾਜ਼, ਅਸੀਂ ਮਤਲਬ ਇਹ ਆ ਵੀ ਅਸੀਂ ਦਿੱਲੀ ਵੱਲ ਵੇਖੀ ਜਾਵਾਂਗੇ ਕਿ ਉਹ ਸਾਨੂੰ ਕੁਝ ਕਹਿ ਨਾ ਦੇਣ, ਉਹ ਸਾਡੀ ਕੁਰਸੀ ਨਾ ਖੋਲਣ, ਸਾਡੀ ਟਿਕਟ ਨਾ ਕੱਟ ਦੇਣ, ਸਾਨੂੰ ਕੁਝ ਪਤਾ ਨਹੀਂ ਕੀ ਫਾਇਲ ਲਾ ਦੇਣਗੇ ਦਿੱਲੀ ਵਾਲੇ। ਸਾਨੂੰ ਸਾਡੀ ਜ਼ਮੀਰ ਆ, ਅਸੀਂ ਪੰਜਾਬ 'ਚ ਰਹਿੰਦੇ ਆ, ਪੰਜਾਬ ਸਾਡਾ ਭਾਈਚਾਰਾ, ਪੰਜਾਬ ਦੇ ਵਿੱਚ ਸਾਡਾ ਵਪਾਰ, ਪੰਜਾਬ 'ਚ ਸਾਡੀ ਰਾਜਨੀਤੀ। ਅਸੀਂ ਵੋਟਾਂ ਦਿੱਲੀੋਂ ਲੈਣੀਆਂ, ਅਸੀਂ ਵੋਟਾਂ ਵੀ ਪੰਜਾਬ 'ਚੋਂ ਲੈਣੀਆਂ। ਫਿਰ ਵੀ ਇਹ ਗੱਲ ਸਾਡੇ ਲੋਕਾਂ ਨੂੰ ਸਮਝ ਨਹੀਂ ਆਈ, ਨਾ ਆ ਰਹੀ ਆ। ਮੈਂ ਬਾਰ-ਬਾਰ ਖਦਸ਼ਾ ਜ਼ਾਹਰ ਕੀਤਾ ਸੀ 1-2 ਇੰਸੀਡੈਂਟਸ ਤੋਂ ਬਾਅਦ ਕਿ ਸਾਡੇ MLA ਨਾਲ ਕੀ ਹੋਇਆ। BJP ਵਾਲੇ ਬਾਹਰ ਨਿਕਲਦੇ, ਜਿਹੜਾ ਵਾ ਹੌਸਲਾ ਨਹੀਂ ਕਰ ਪਾ ਰਹੇ। ਉਹ ਵਰਚੁਅਲ ਮੀਟਿੰਗ ਸਾਡੇ ਲੀਡਰ ਕਰਦੇ ਆ, ਦਿੱਲੀੋਂ ਵੀ ਲੀਡਰ ਆਉਂਦੇ ਆ, ਉਹ ਵਰਚੁਅਲ ਮੀਟਿੰਗ ਕਰਦੇ ਆ ਤੇ ਕਾਰੇ ਵਰਕਰਾਂ ਨੂੰ ਆਂਦੇ ਜਾਓ ਜੀ ਉੱਥੇ ਸੇਵਾ ਸਪਤਾਹ ਮਨਾ ਕੇ ਆਓ, 7 ਸਾਲ ਸੈਂਟਰ ਗਵਰਨਮੈਂਟ ਦੇ ਹੋ ਗਏ ਆ ਮੋਦੀ ਸਾਹਿਬ ਦੇ, ਜਾਓ ਫਲਾਨਾ ਕੰਮ, ਜਾਓ ਪ੍ਰੈਸ ਕਾਨਫਰੰਸ ਕਰਕੇ ਆਓ। ਹੁਣ ਉਹ ਜਦੋਂ ਬਾਹਰ ਨਿਕਲਦੇ ਆ ਉਹਨਾਂ ਦੇ ਮਗਰ ਜਦੋਂ ਜਿੱਥੇ ਵੀ ਪਤਾ ਲੱਗ ਜਾਂਦਾ, ਚੋਰੀ ਕੰਮ ਹੋ ਜੇ ਤੇ ਠੀਕ ਹੈ, ਕਿਸੇ ਦੇ ਘਰ ਅੰਦਰ ਵੜ ਕੇ ਪਤਾ ਨਾ, ਜਿੱਥੇ ਪਤਾ ਲੱਗ ਜਾਂਦਾ ਉੱਥੇ ਕਿਸਾਨ ਜਿਹੜੇ ਆ ਜਾਂ ਜਿਹੜੇ ਇਸ ਐਜੀਟੇਸ਼ਨ ਨਾਲ ਜੁੜੇ ਆ, ਜਲਦੀ ਉਹ ਲੱਭ ਲੁੱਭ ਕੇ ਉੱਥੇ ਪਹੁੰਚ ਜਾਂਦੇ ਆ, ਖਲਾਰਾ ਪੈ ਜਾਂਦਾ। MLA ਦੇ ਨਾਲ ਜੋੜ ਹੋਇਆ, ਬਹੁਤ ਮੰਦਭਾਗੀ ਘਟਨਾ ਹੋਈ ਉਹ।
ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਨੂੰ ਕੋਈ ਵੀ ਕਾਨੂੰਨ ਪਸੰਦ ਸ਼ਹਿਰੀ ਜਾਂ ਕਾਨੂੰਨ ਪਸੰਦ ਜਿਹੜਾ ਨਾਗਰਿਕ ਆ ਉਹਨੂੰ ਪ੍ਰੋੜਤਾ ਨਹੀਂ ਉਹਦੀ ਕਰਦਾ। ਪਰ ਇਹ ਆ ਵੀ ਜੇ ਕਿਸੇ ਭੀੜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਉਹਨਾਂ ਨੂੰ ਫਿਰ ਕੰਟਰੋਲ ਵੀ ਨਹੀਂ ਰਹਿੰਦਾ। ਕੋਈ ਸ਼ਾਂਤੀ ਪ੍ਰਿਯ ਪ੍ਰਦਰਸ਼ਨ ਕਰਨਾ ਹੋਵੇ, ਉਸ ਤੋਂ ਬਾਅਦ ਵਿੱਚ ਕੋਈ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਅਗਰੈਸਿਵ ਉਗਰ ਹੋ ਜਾਂਦੇ ਆ, ਤੇ ਉਹਨਾਂ ਨਾਲ ਇਹ ਕੁਛ ਹੋਇਆ, ਉਹਦੇ ਸਾਰੇ ਕੱਪੜੇ ਲਾਤ ਤੇ ਪਾੜ ਤੇ ਕੁੱਟਮਾਰ ਹੋਈ ਉਹਦੇ ਨਾਲ। ਇਸ ਤਰ੍ਹਾਂ ਹੀ ਉਸ ਤੋਂ ਬਾਅਦ ਮੇਰੇ ਇੰਨੇ ਕੁਛ ਕਹਿਣ ਤੋਂ ਬਾਅਦ ਸੋਮ ਪ੍ਰਕਾਸ਼ ਦੇ ਨਾਲ ਹੁਸ਼ਿਆਰਪੁਰ ਹੋਇਆ। ਉਹ ਸੈਂਟਰ 'ਚ ਮਿਨਿਸਟਰ ਆ, ਬਹੁਤ ਲੰਬੀ ਚੌੜੀ ਸਿਕਿਉਰਿਟੀ ਆ, ਪੁਲਿਸ ਵੀ ਭੱਜਦੀ ਵਿਖੀ, ਮੰਤਰੀ ਸਾਹਿਬ ਵੀ ਗੱਡੀਆਂ ਭਜਾਉਂਦੇ ਦਿਸੇ। ਉਸ ਤੋਂ ਬਾਅਦ ਇੱਥੇ ਬਟਾਲੇ ਦੇ ਵਿੱਚ ਸਾਡਾ ਵਾਈਸ ਪ੍ਰਧਾਨ ਹੈ ਪਠਾਨਕੋਟ ਤੋਂ, ਉਹ ਐਮਰਜੈਂਸੀ ਦੇ ਦੌਰਾਨ ਹੁਣੇ 4 ਦਿਨ ਪਹਿਲਾਂ ਦੀ ਗੱਲ ਆ, ਐਮਰਜੈਂਸੀ ਦੀ ਜਿਹੜੇ ਵਰ੍ਹੇਗੰਢ ਮਨਾਉਣ ਆਏ ਤੇ ਉਹਨਾਂ ਦੇ ਅੰਦਰ ਵੜ ਕੇ ਮੀਟਿੰਗ ਕਰਦੇ ਸੀ, ਉੱਥੇ ਪਤਾ ਲੱਗ ਗਿਆ ਉਹਦੀ ਗੱਡੀ ਦਾ ਸ਼ੀਸ਼ਾ ਤੋੜ ਗਿਆ, ਉਹਨੂੰ ਬਚਾ ਕੇ ਪੁਲਿਸ ਨੇ ਕੱਢਿਆ। ਇਹ ਚੀਜ਼ਾਂ ਜਿਹੜੀਆਂ ਵਾ ਇਹ ਕਿੰਨਾ ਤੋਂ ਖਤਰਾ ਵਾ? ਖਤਰਾ ਤੇ ਆਪਣੇ ਲੋਕ ਆ ਜਿਹੜੇ ਹਰਾਸ ਹੋ ਗਏ ਆ, ਹਤਾਸ਼ ਹੋ ਗਏ ਆ। 7 ਮਹੀਨੇ ਬਾਰਡਰ ਦੇ ਉੱਤੇ ਬੈਠੇ ਦਿੱਲੀ ਦੇ ਹੋ ਗਏ ਆ, ਪਹਿਲਾਂ 3 ਮਹੀਨੇ ਉਹ ਪੰਜਾਬ 'ਚ ਬੈਠੇ ਰਹੇ। ਜਦੋਂ ਪੰਜਾਬ 'ਚ ਬੈਠੇ ਸੀ ਉਦੋਂ ਮੈਂ ਬੜੀ ਕੋਸ਼ਿਸ਼ ਕੀਤੀ ਸੀ ਵੀ ਆਪਾਂ ਇੱਥੇ ਨਿਬੇੜ ਲਈਏ, ਬਹੁਤ ਸੌਖਾ ਤੇ ਬਹੁਤ ਮਤਲਬ ਛੋਟੇ ਲੈਵਲ ਦੇ ਉੱਤੇ ਹੱਲ ਹੋ ਜਾਣਾ ਸੀ। ਸਾਡੇ ਪੰਜਾਬ ਦੀ ਲੀਡਰਸ਼ਿਪ ਨੇ ਹਿੰਮਤ ਹੀ ਨਹੀਂ ਕੀਤੀ। ਇਹਨਾਂ ਨੇ ਇੰਨਾ ਮਨੋਬਲ ਹੀ ਨਹੀਂ ਉਹਨਾਂ ਦਾ ਬਣਿਆ ਪਿਆ ਅਸੀਂ ਦਿੱਲੀ ਜਾ ਕੇ ਉਹਨਾਂ ਨੂੰ ਕਹੀਏ ਸੈਂਟਰ ਲੀਡਰਸ਼ਿਪ ਨੂੰ ਵੀ ਇਹ ਪੰਜਾਬ ਦਾ ਮਸਲਾ ਜਿਹੜਾ ਵਾ ਆਪਾਂ ਇੱਥੇ ਹੀ ਹੱਲ ਕਰ ਲਈਏ। ਉਦੋਂ ਇਹਨਾਂ ਦੀ ਸੀ ਕਿ ਇੱਕ ਜਿਹੜਾ ਕੋਰਟ ਦਾ ਦੇ ਦਿੱਤਾ ਇਹਨਾਂ ਨੂੰ ਅਧਿਕਾਰ, ਉਹ SDM ਤੱਕ ਜਿਹੜਾ ਮਸਲਾ ਲੈ ਕੇ ਜਾਇਆ ਜਾ ਸਕਦਾ, ਉਹਦੇ ਸਾਨੂੰ ਕੋਰਟ ਦਾ ਅਧਿਕਾਰ ਦਿਓ। ਦੂਜਾ ਆਂਦੇ ਸੀ MSP ਦੀ ਗਰੰਟੀ। ਪੰਜਾਬ ਤੇ MSP ਹੈ ਹੀ ਆ। 30,000 ਕਰੋੜ ਰੁਪਈਆ ਐਵਰੇਜ ਜਿਹੜਾ ਉਹ ਕਣਕ ਦਾ ਆਉਂਦਾ, ਤੇ 30,000 ਕਰੋੜ ਰੁਪਈਆ ਐਵਰੇਜ ਜਿਹੜਾ ਝੋਨੇ, 60,000 ਕਰੋੜ ਰੁਪਈਆ ਤਕਰੀਬਨ ਜਿਹੜਾ ਵਾ ਉਹ MSP ਇੱਥੇ ਆਉਂਦੀ ਆ। ਇਸ ਕਰਕੇ ਇੱਥੇ ਤੇ ਕੋਈ ਔਖਾ ਕੰਮ ਨਹੀਂ ਸੀ, ਸੌਖਾ ਕੰਮ ਹੋ ਜਾਣਾ ਸੀ। ਪਰ ਜਿਉਂ-ਜਿਉਂ ਹਰਿਆਣਾ ਇਹ ਅੱਗੇ ਤੁਰੇ ਦਿੱਲੀ ਵੱਲ ਨੂੰ, ਹਰਿਆਣਾ ਜੁੜ ਗਿਆ, ਉੱਤਰਾਖੰਡ ਜੁੜ ਗਿਆ, UP ਦਾ ਹਿੱਸਾ ਜੁੜ ਗਿਆ, ਕੁਛ ਰਾਜਸਥਾਨ ਦਾ ਹਿੱਸਾ ਜੁੜ ਗਿਆ। ਉਸ ਤੋਂ ਬਾਅਦ ਪੂਰੇ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਦਰਸ਼ਨ ਹੋਏ, ਉੱਥੋਂ ਸਪੋਰਟ ਆਉਣੀ ਸ਼ੁਰੂ ਹੋ ਗਈ। ਇਹ ਵਿਸ਼ਾਲ ਵੀ ਹੋ ਗਿਆ ਤੇ ਉਸ ਤੋਂ ਬਾਅਦ ਜੋ ਹੋਇਆ। ਅੱਛਾ ਜੋਸ਼ੀ ਸਾਹਿਬ, ਤੁਸੀਂ ਬਿਲਕੁਲ ਸਹੀ ਦੱਸ ਰਹੇ ਹੋ ਕਿ ਆਹ ਸਭ ਕੁਝ ਹੁੰਦਾ ਗਿਆ। ਤੁਹਾਡੇ ਕੋਲੇ ਮਹਿਕਮਾ ਵੀ ਸਥਾਨਕ ਸਰਕਾਰਾਂ ਵਾਲਾ ਰਿਹਾ, ਤੁਸੀਂ ਡਿਵੈਲਪਮੈਂਟ ਸਰਕਾਰਾਂ ਦੀ ਕਰਦੇ ਰਹੇ ਹੋ, ਸ਼ਹਿਰੀ ਬਾਡੀਜ਼ ਰਿਹਾ। ਪਰ ਮੈਨੂੰ ਇਹ ਦੱਸਿਓ, ਆਮ ਤੌਰ ਤੇ ਹੁੰਦਾ ਕਹਿੰਦੇ ਮੱਛੀ ਆ ਨਾ ਜਿਹੜੀ ਪੱਥਰ ਚੱਟ ਕੇ ਮੁੜ ਆਉਂਦੀ ਹੈ। ਪਿੱਛੇ ਜੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਭਾਰਤੀ ਜਨਤਾ ਪਾਰਟੀ ਦੇ ਨਤੀਜੇ ਸਾਹਮਣੇ ਆਏ ਹੈ। 5 ਸੂਬਿਆਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਤੁਹਾਡੀ ਪਾਰਟੀ ਦੇ ਨਤੀਜੇ ਸਾਹਮਣੇ ਆਏ ਹੈ। ਆਮ ਤੌਰ ਤੇ ਹੁੰਦਾ ਹੈ ਰਾਜਨੀਤਿਕ ਆਗੂ ਜਿਹੋ ਜਿਹਾ ਮਰਜ਼ੀ ਹੋਵੇ, ਆਖਰਕਾਰ ਨੂੰ ਵੋਟਾਂ ਚਾਹੀਦੀਆਂ ਨੇ, ਰਾਜਨੀਤੀ ਵੋਟਾਂ ਦੇ ਆਧਾਰ ਤੇ ਉਹਨੇ ਕਰਨੀ ਹੁੰਦੀ ਹੈ। ਕੀ ਆ ਨਤੀਜੇ ਦੇਖਣ ਤੋਂ ਬਾਅਦ ਵੀ ਤੁਹਾਨੂੰ ਜਾਂ ਤੁਹਾਡੀ ਪਾਰਟੀ ਨੂੰ ਮਹਿਸੂਸ ਨਹੀਂ ਕਿਤੇ ਹੁੰਦਾ? ਮੈਂ ਤੁਹਾਡੇ ਪੰਜਾਬ ਪ੍ਰਧਾਨ ਦੀ ਗੱਲ ਸੁਣਦਾ, ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਸੁਣਦਾ, ਉਹ ਤਾਂ ਕਹਿੰਦੇ ਅਸੀਂ 117 ਸੀਟਾਂ ਤੇ ਆਪਦੇ ਦਮ ਤੇ ਚੋਣ ਵੀ ਲੜਨੀ ਹੈ, ਜਿੱਤਣੀ ਵੀ ਹੈ, ਵੋਟਾਂ ਕਿੱਥੋਂ ਪੈਣਗੀਆਂ ਜੀ? ਦੇਖੋ ਬੇਨੀਪਾਲ ਜੀ, ਇਸ ਹਾਲਾਤ ਦੇ ਵਿੱਚ ਤੇ ਤੁਹਾਨੂੰ ਮੈਂ ਅੱਗੇ ਵੀ ਬਹੁਤ ਵਾਰੀ ਜਿਹੜੀ ਇਹ ਗੱਲ ਕਹਿ ਚੁੱਕਿਆ ਵੀ ਇਹ ਮਗੇਰੀ ਲੈਲ ਦੇ ਹਸੀਨ ਸੁਪਨੇ ਆ। ਇਹ ਇਸ ਹਾਲਾਤ ਦੇ ਵਿੱਚ ਸੰਭਵ ਨਹੀਂ। ਇਸ ਹਾਲਾਤ ਦੇ ਵਿੱਚ ਤੇ ਇਹ ਕੰਪੇਨ ਕਰ ਨਹੀਂ ਕਰ ਸਕਦੇ। ਕੋਈ ਰਾਸ਼ਟਰਪਤੀ ਰਾਜ ਲਾਗੂ ਹੋ ਜੇ ਤੇ ਉਹਦੇ ਵਿੱਚ ਇਲੈਕਸ਼ਨ ਹੋ ਜੇ ਤਾਂ ਫਿਰ ਮੈਂ ਕਹਿ ਨਹੀਂ ਸਕਦਾ। ਬਾਕੀ ਇਸ ਹਾਲਾਤ ਦੇ ਵਿੱਚ ਜੋ ਮਰਜ਼ੀ ਹੋ ਜਾਏ, ਕਿਉਂਕਿ ਲੋਕਤੰਤਰ ਦੇ ਵਿੱਚ ਭਾਵੇਂ ਚੋਣਾਂ ਹੋਣ ਤੇ ਭਾਵੇਂ ਨਾ ਚੋਣਾਂ ਹੋਵੇ, ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ, ਸ਼ਾਂਤੀ ਪ੍ਰਿਯ ਹੈ। ਪ੍ਰੋਟੈਸਟ ਹੋਣਗੇ, ਕਿਸੇ ਇਹਨਾਂ ਦਾ ਪ੍ਰੋਗਰਾਮ ਨਹੀਂ ਹੋਊਗਾ, ਲੋਕ ਡਰ ਜਾਣਗੇ ਕਿ ਇਹ ਜਿਹੜਾ ਵਾ ਜਿੱਥੇ ਇੱਕ ਪਾਸੇ ਤੇ ਅਸੀਂ ਜਲਸਾ ਕਰਨਾ ਭਾਰਤੀ ਜਨਤਾ ਪਾਰਟੀ ਦਾ, ਦੂਜੇ ਪਾਸੇ ਨਾਅਰੇ ਲੱਗਦੇ ਪਏ ਆ, ਤੇ ਉਸ ਹਾਲਾਤ ਦੇ ਵਿੱਚ ਕੰਪੇਨ ਨਹੀਂ ਹੋ ਸਕਦੀ, ਡੋਰ ਟੂ ਡੋਰ ਨਹੀਂ ਜਾ ਸਕਦੇ। ਜੇ ਜੋ ਹਾਲਾਤ ਹੋ ਰਹੀ ਹਾਲੇ ਤੇ ਇੱਕ ਅੱਧੀ ਵਾਰੀ ਨਿਕਲਦੇ ਆ, ਚੋਰੀ ਵੀ ਕਈ ਵਾਰੀ ਨਿਕਲਦੇ ਆ, ਤੇ ਉਹ ਆਪਣਾ ਪ੍ਰੋਗਰਾਮ ਕਰਕੇ ਆ ਜਾਂਦੇ ਆ ਛੋਟੇ 10-20 ਲੋਕਾਂ ਦੇ ਵਿੱਚ, ਤੇ ਉਹਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ ਵੀ ਅਸੀਂ ਮੀਟਿੰਗ ਕਰਕੇ ਆਏ ਆ। ਉਸ ਵੇਲੇ ਇਲੈਕਸ਼ਨ ਦੇ ਵਿੱਚ ਤੇ ਜਲਸੇ ਕਰਨੇ ਪੈਂਦੇ ਆ, ਡੋਰ ਟੂ ਡੋਰ ਕਰਨਾ ਪੈਂਦਾ, ਰਾਤ ਦਿਨ ਜਿਹੜੀ ਆ ਉਹ ਕੰਪੇਨ ਕਰਨੀ ਪੈਂਦੀ ਆ, ਫੇਰ ਜਾ ਕੇ ਇਲੈਕਸ਼ਨਾਂ ਸਿਰੇ ਚੜ੍ਹਦੀਆਂ। ਤੇ ਜੇ ਖਾਨਾ ਪੂਰਤੀ ਕਰਨੀ, 117 ਬੰਦੇ ਜਿਹੜੇ ਆ ਪੈਸੇ ਪੂਸੇ ਦੇ ਕੇ ਉਹਨਾਂ ਨੂੰ ਖਿਲਾਰਤਾ, ਤੇ ਉਹਨਾਂ ਨੂੰ ਕਹੋ ਤੁਸੀਂ ਐਂ ਕਰੋ, ਭਰਾਓ ਜਾ ਕੇ ਕਾਗਜ਼ ਤੇ ਮੁੜ ਕੇ ਘਰਾਂ 'ਚ ਬੈਠੇ ਰਹੋ, ਉਹ ਤੇ ਫਿਰ ਉਹਦਾ ਤੇ ਕੋਈ ਗੱਲ ਹੀ ਨਹੀਂ ਹੈ। ਫਿਰ ਜੇ ਇਹ ਸੋਚ ਕੇ ਬੈਠੇ ਆ, ਨਹੀਂ ਤੇ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹ ਸੰਭਵ ਨਹੀਂ, ਉਹਨਾਂ ਚਿਰ ਬੜਾ ਔਖਾ ਕੰਮ ਆ। ਪਤਾ ਨਹੀਂ ਇਹਨਾਂ ਨੂੰ ਕੀ ਸੁਪਨੇ ਆਉਂਦੇ ਆ ਜਾਂ ਕੀ ਇਹ ਸੋਚਦੇ ਆ, ਜਾਂ ਇਹਨਾਂ ਨੂੰ ਭਾਵਨਾ ਜਿਹੜੀ ਵਰਕਰ ਤੇ ਡਿਮੋਰਲਾਈਜ਼ ਆ। ਮੈਨੂੰ 80% ਲੋਕਾਂ ਦੇ ਫੋਨ ਆਏ ਵੀ ਤੁਸੀਂ ਸਾਡੇ ਮਨ ਦੀ ਗੱਲ ਕੀਤੀ, ਅਸੀਂ ਚਾਹੁੰਦੇ ਹਾਂ ਜੱਬ ਨਿਬੜੇ। ਪਰ ਜੋਸ਼ੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਹੋ, ਜੋਸ਼ੀ ਸਾਹਿਬ ਤੁਸੀਂ ਕਹਿੰਦੇ ਹੋ ਕਿ 80% ਤੁਹਾਡਾ ਵਰਕਰ ਨਿਰਾਸ਼ ਹੈ, ਉਹ ਚਾਹੁੰਦਾ ਹੈ ਕਿ ਮਸਲਾ ਹੱਲ ਹੋਵੇ, ਮਸਲਾ ਹੱਲ ਹੋਣਾ ਚਾਹੀਦਾ। ਪਰ 20% ਉਹ ਕਿਹੜੇ ਨੇ ਜਿਨ੍ਹਾਂ ਨੂੰ 20% 80% ਲੱਗੀ ਜਾਂਦੇ ਨੇ, ਤੇ 80% ਵਾਲੇ 20% ਲੱਗੀ ਜਾਂਦੇ ਨੇ ਕਿ ਜ਼ਮੀਨੀ ਹਕੀਕਤਾਂ ਨੂੰ ਪੜ੍ਹਨਾ ਨਹੀਂ ਆਉਂਦਾ,
ਜਾਂ ਜਿਹੜੇ ਆਪਣੇ ਵੱਡੇ ਆਗੂ ਨੇ ਉਹਨਾਂ ਦੇ ਸਾਹਮਣੇ ਜ਼ੁਬਾਨ ਖੋਲਣ ਦੀ ਹਿੰਮਤ ਨਹੀਂ? ਕਾਰਨ ਕੀ ਹੈ? ਮੈਂ ਦੱਸਦਾ ਜੀ, ਇੱਕ ਦੋ ਤਰ੍ਹਾਂ ਦੇ ਨੇਤਾ ਹੁੰਦੇ ਆ। ਇੱਕ ਤੇ ਹੁੰਦੇ ਜਨਾਧਾਰ ਵਾਲੇ, ਜਿਨ੍ਹਾਂ ਨੇ ਗਰਾਊਂਡ ਦੇ ਉੱਤੇ ਕੰਮ ਕੀਤਾ, ਉਹਨਾਂ ਨੂੰ ਆਸ ਹੁੰਦੀ ਹੈ ਕੱਲ ਨੂੰ ਕੋਈ ਇਲੈਕਸ਼ਨ ਆਊਗੀ ਅਸੀਂ ਜਿੱਤਣੀ ਆ। ਕਿਉਂਕਿ ਕੋਈ ਹਰ ਬੰਦਾ ਜਿਹੜਾ ਉਹ ਪੋਲੀਟੀਕਲ ਇੱਛਾ ਦੇ ਨਾਲ ਪੋਲੀਟਿਕਸ ਜੁਆਇਨ ਕਰਦਾ, ਕਿਉਂਕਿ ਇਹਦੇ 'ਚ ਬੜਾ ਸੈਕਰੀਫਾਈਸ ਹੈ। ਆਪਣਾ ਕਾਰੋਬਾਰ ਛੱਡਣਾ ਪੈਂਦਾ, ਪਰਿਵਾਰ ਛੱਡਣਾ ਪੈਂਦਾ, ਵਪਾਰ ਛੱਡਣਾ ਪੈਂਦਾ, ਹਾਂਜੀ, ਇੱਥੋਂ ਤੱਕ ਕਿ ਸਰੀਰ ਵੀ ਛੱਡਣਾ ਹੀ ਪੈਂਦਾ ਵਾ ਵੀ ਉਹ ਆਪਾਂ ਜਿਹੜਾ ਇਹ ਵੀ ਸੈਕਰੀਫਾਈਸ ਕਰਨਾ ਪੈਂਦਾ। ਆਪਾਂ ਚੰਗੇ ਆ, ਬਿਮਾਰ ਹੈ, ਕੋਈ ਪ੍ਰੋਗਰਾਮ ਹੈ, ਜਾਣਾ ਹੀ ਪੈਂਦਾ ਹੈ। ਉੱਥੇ ਅਸੀਂ ਜਵਾਬ ਨਹੀਂ ਦੇ ਸਕਦੇ। ਸਾਡੀ ਤੈਅ ਹੋਵੇ, ਕੋਈ ਮੀਟਿੰਗ ਹੋਵੇ, ਕੋਈ ਪ੍ਰੋਗਰਾਮ ਬਾਹਰ ਅੰਦਰ ਜੇ ਹੋਵੇ, ਅਗਲੇ ਇਕੱਠੇ ਕਰਕੇ ਬੈਠਣ, ਅਸੀਂ ਕਹਿ ਦਾਂਗੇ ਸਾਡੇ ਸਿਰ ਪੀੜ ਹੁੰਦੀ ਹੈ ਤਾਂ ਕੰਮ ਨਹੀਂ ਚੱਲਦਾ। ਹਾਂਜੀ, ਬਹੁਤ ਸਾਰਾ ਕੁਛ ਜਿਹੜਾ ਸੈਕਰੀਫਾਈਸ ਹੁੰਦਾ ਤੇ ਫਿਰ ਇਹ ਰਾਜਨੀਤੀ ਦੇ ਵਿੱਚ ਬੰਦਾ, ਤੇ ਉਹ ਬੜੀ ਇੱਛਾਵਾਂ ਦੇ ਨਾਲ ਲੋਕਾਂ ਨੇ ਕੰਮ ਕੀਤਾ ਹੁੰਦਾ ਗਰਾਊਂਡ ਤੇ, ਪੈਸੇ ਵੀ ਖਰਚ ਹੁੰਦੇ ਆ ਜੀ। ਤੇ ਉਹ ਜਿਹੜੇ ਜਨਾਧਾਰ ਵਾਲੇ ਲੀਡਰ ਆ, ਉਹ ਤੇ ਚਾਹੁੰਦੇ ਆ ਵੀ ਮਸਲਾ ਹੱਲ ਹੋਵੇ। ਸਰਕਾਰ ਨੂੰ ਕਿਸੇ ਨੇ ਕੌਂਸਲਰ ਲੜਨਾ, ਕਿਸੇ ਨੇ ਬਲਾਕ ਸੰਮਤੀ ਲੜਨੀ, ਕਿਸੇ ਨੇ ਜ਼ਿਲ੍ਹਾ ਪ੍ਰੀਸ਼ਦ ਲੜਨੀ, ਕਿਸੇ ਨੇ MLA ਲੜਨਾ, ਕਿਸੇ ਨੇ MP ਲੜਨਾ। ਇੱਥੇ ਜਿਹੜੇ ਦੂਸਰੇ ਆ ਨਾ, ਜਿਹੜੇ ਸੰਗਠਨ ਦੇ ਵਿੱਚ ਜਿਨ੍ਹਾਂ ਨੂੰ ਸਮਝ ਲਓ ਪ੍ਰਸ਼ਾਦ ਮਿਲਦਾ, ਤੁਸੀਂ ਆ ਕਿਸੇ ਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ, ਕਿਸੇ ਨੂੰ ਪੰਜਾਬ ਦੇ ਸੈਕਟਰੀ ਬਣਾਤਾ, ਕਿਸੇ ਨੂੰ ਵਾਈਸ ਪ੍ਰਧਾਨ ਬਣਾਤਾ, ਉਹ ਮੀਟਿੰਗਾਂ ਕੀਤੀਆਂ, ਦਬਕੇ ਵਰਕਰਾਂ ਨੂੰ ਮਾਰੇ, ਹਾਂਜੀ ਆ ਰਹੇ ਆ ਜੀ ਸਵਾਗਤ ਕਰੋ, ਸਿਰੇ ਸੂਰੇ ਪਵਾਉਣ ਦਾ ਸ਼ੌਂਕ ਪੈ ਜਾਂਦਾ ਜਿਨ੍ਹਾਂ ਨੂੰ, ਤੇ ਜ਼ਮੀਨ ਕਿਤੇ ਨਹੀਂ ਹੁੰਦੀ। ਇੱਥੇ ਇਹੋ ਜਿਹੇ ਵਾਈਸ ਪ੍ਰਧਾਨ ਜਾਂ ਜਨਰਲ ਸੈਕਟਰੀ ਬਣੇ ਆ ਪੰਜਾਬ ਦੇ ਬੋਡੀ ਦੇ ਵਿੱਚ, ਜਿਨ੍ਹਾਂ ਨੇ ਬੂਥ ਨਹੀਂ ਕਦੀ ਜਿੱਤਿਆ, ਜਿਨ੍ਹਾਂ ਨੇ ਆਪਣੇ ਬੂਥ ਦੇ ਵਿੱਚ ਪਛਾਣ ਵੀ ਨਹੀਂ ਗਈ, ਦੁਕਾਨਾਂ ਤੋਂ ਉਠਾ ਕੇ ਜਿਸ ਤਰ੍ਹਾਂ ਨਾ ਲੈ ਜਾਂਦੇ ਆ। ਤੇ ਉਹ ਫਰਸਟ੍ਰੇਸ਼ਨ ਤੇ ਵਰਕਰਾਂ ਨੂੰ ਉਹ ਵੀ ਰਹਿੰਦੀ ਆ ਵੀ ਇਹ ਜਿਹੜੇ ਆ ਇਹ ਸਾਡੇ ਸਿਰ ਤੇ ਬਹਾਤੇ ਜਿਹੜੇ, ਤੇ ਆਪਣੇ ਬੂਥ ਦੇ ਵਿੱਚ ਵੀ ਇਹਨਾਂ ਦੀ ਪਛਾਣ ਨਹੀਂ ਗਈ। ਉਹ ਲੋਕ ਜਿਹੜੇ ਆ ਨਾ, ਉਹ 20% ਆ, 20 ਨਹੀਂ ਹੋਣਗੇ, 10% ਹੋਣਗੇ। ਬਾਕੀ ਜਿਹੜੇ ਗਰਾਊਂਡ ਵਰਕਰ ਆ, ਜਿਹੜੇ ਇਲੈਕਸ਼ਨਾਂ ਜਾਂਦੇ ਆ, ਭਾਵੇਂ ਕੌਂਸਲਰ ਦੀ ਜਾਂਦੇ ਆ, ਭਾਵੇਂ ਜਿਹੜੇ ਉਹਨਾਂ ਦਾ, ਤੇ ਬਾਕੀ ਜ਼ਿਲ੍ਹਾ ਪ੍ਰਧਾਨ ਜਿਹੜੇ ਆ, ਉਹ ਵੀ ਸਾਰੇ ਜਿਹੜੇ ਆ ਉਹ ਐਕਟਿਵ ਵਰਕਰ ਹੁੰਦੇ ਆ, ਕਿਉਂਕਿ ਉਹ ਅਲੱਗ-ਅਲੱਗ ਜ਼ਿਲ੍ਹਿਆਂ 'ਚ ਬੈਠੇ ਆ। ਉਹਨਾਂ ਨੇ ਵੀ ਕੱਲ ਨੂੰ ਇਲੈਕਸ਼ਨਾਂ ਵੀ ਲੜਨੀਆਂ, ਉਹਨਾਂ ਨੇ ਕੰਮ ਲੈਣਾ ਵੀ, ਉਹਨਾਂ ਨੂੰ ਗਰਾਊਂਡ ਹਕੀਕਤ ਦਾ ਪਤਾ ਹੁੰਦਾ। ਤੋਂ ਥੱਲੇ ਮੰਡਲ ਪ੍ਰਧਾਨ ਹੁੰਦੇ ਆ। ਬਾਕੀ ਇਹ ਆ ਵੀ ਇਸ ਵੇਲੇ ਦੇ ਹਾਲਾਤ ਇਹ ਆ ਵੀ ਸਭ ਜਿਹੜੇ ਆ ਨਾ, ਉਹ ਡਿਮੋਰਲਾਈਜ਼ ਹੋ ਕੇ ਬੈਠੇ, ਕੋਈ ਕੰਮ ਨਹੀਂ ਹੁੰਦਾ ਪਿਆ। ਸਭ ਇਹ ਕਿਤਾਬੀ ਗੱਲਾਂ ਵਾ, ਇਹ ਜ਼ਬਾਨੀ ਗੱਲਾਂ ਵਾ, ਇਹ ਵਰਕਰਾਂ ਨੂੰ ਭਰਮਾਉਣ ਵਾਲੀ ਵੀ ਅਸੀਂ 117 ਲੜਾਂਗੇ, ਸਰਕਾਰ ਬਣਾਵਾਂਗੇ। ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਕੁਛ, ਇਹਨਾਂ ਨੂੰ ਪਤਾ ਨਹੀਂ ਕੀ ਨਜ਼ਰ ਆਉਂਦਾ, ਮੈਨੂੰ ਤਾਂ ਸਮਝੋ ਬਾਹਰ ਹੈ। ਹੁਣ ਇਹ ਦੱਸਿਓ, ਜਦੋਂ ਤੁਹਾਨੂੰ ਨਜ਼ਰ ਨਹੀਂ ਆਉਂਦਾ, ਤੁਸੀਂ ਵੱਡੇ ਕੱਦ ਦੇ ਲੀਡਰ ਹੋ, ਕੈਬਨਿਟ ਵਜ਼ੀਰ ਰਹੇ ਹੋ, ਇਸੇ ਹੀ ਪੋਲੀਟੀਕਲ ਪਾਰਟੀ ਤੁਸੀਂ ਨੁਮਾਇੰਦਗੀ ਕਰਦੇ ਰਹੇ ਹੋ, ਸਰਕਾਰ ਦੇ ਵਿੱਚ ਰਹੇ ਹੋ, ਹੁਣ ਵੀ ਤੁਸੀਂ ਹਾਲੇ ਭਾਰਤੀ ਜਨਤਾ ਪਾਰਟੀ ਵਿੱਚੋਂ, ਪਰ ਜਦੋਂ ਕੋਈ ਇੰਨੀ ਬੇਬਾਕੀ ਦੇ ਨਾਲ ਆਪਣੀ ਪਾਰਟੀ ਦੇ ਖਿਲਾਫ ਬੋਲੇ, ਪਾਰਟੀ ਦੇ ਖਿਲਾਫ ਖੜਾ ਹੋ ਜਾਂ ਲਕੀਰ ਟੱਪਣ ਦੀ ਕੋਸ਼ਿਸ਼ ਕਰੇ, ਅਸੀਂ ਵੇਖਦੇ ਹਾਂ ਕਿ ਕਹਿਣ ਨੂੰ ਡੈਮੋਕ੍ਰੇਸੀ ਆ, ਪਰ ਵਿਦਨ ਪਾਰਟੀ ਵੀ ਡੈਮੋਕ੍ਰੇਸੀ ਨਹੀਂ ਹੁੰਦੀ। ਉਹਦਾ ਗਲ ਘੁੱਟ ਦਿੱਤਾ ਜਾਂਦਾ ਹੈ, ਉਹਨੂੰ ਪਾਰਟੀ 'ਚੋਂ ਚਲਾ ਕੇ ਉਹ ਮਾਰਦੇ ਆ। ਪਰ ਹੁਣ ਜਿਸ ਤਰ੍ਹਾਂ ਦੀਆਂ ਤੁਸੀਂ ਟਿੱਪਣੀਆਂ ਬੀਤੇ ਦਿਨਾਂ ਤੋਂ ਕਰ ਰਹੇ ਹੋ, ਤੁਹਾਡੀ ਹਾਈ ਕਮਾਂਡ ਵੀ ਸੁਣਦੀ ਹੋਣੀ ਹੈ, ਪੰਜਾਬ ਭਾਜਪਾ ਵੀ ਸੁਣਦੀ ਹੋਣੀ ਹੈ। ਮੈਂ ਪੰਜਾਬ ਭਾਜਪਾ ਦਾ ਬਿਆਨ ਇੱਕ ਦਿਨ ਸੁਣ ਰਿਹਾ ਸੀ ਪ੍ਰਧਾਨ ਦਾ, ਅਸ਼ਵਨੀ ਜੀ ਦਾ। ਉਹ ਕਹਿੰਦੇ ਸੀ ਅਨਿਲ ਜੋਸ਼ੀ ਨੂੰ ਇਸ ਤਰ੍ਹਾਂ ਬੋਲਣਾ ਨਹੀਂ ਚਾਹੀਦਾ। ਮੈਨੂੰ ਇਹ ਦੱਸਿਓ ਕਿ ਤੁਹਾਨੂੰ ਇਸ ਮਸਲੇ ਤੇ ਕਿ ਤੁਸੀਂ ਡਿਸਪਲਿਨ ਭੰਗ ਕਰ ਦਿੱਤਾ, ਤੁਸੀਂ ਪਾਰਟੀ ਦੀ ਲਕੀਰ ਟੱਪਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਤੁਹਾਨੂੰ ਕਿਤੇ ਸੱਦਿਆ ਗਿਆ ਜਾਂ ਕਿਤੇ ਇਸ ਤਰ੍ਹਾਂ ਦੀਆਂ ਕਨਸੂਆਂ ਮਿਲ ਰਹੀਆਂ ਨੇ ਕਿ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਜਾਏਗਾ? ਦੇਖੋ ਬੈਨੀਪਾਲ ਜੀ, ਮੈਂ ਇਹਨਾਂ ਨੂੰ ਜਿਹੜਾ ਨਾ ਇਹ ਕਿਹਾ ਸੀ ਵੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਖੜੀ ਹੋਵੇ, ਮਸਲਾ ਹੱਲ ਹੋਵੇ ਭਾਵੇਂ ਨਾ ਹੋਵੇ। ਕਿਉਂਕਿ ਕਾਂਗਰਸ ਨੇ ਸਪੋਰਟ ਦਿੱਤੀ, ਆਮ ਪਾਰਟੀ ਨੇ ਸਪੋਰਟ ਦਿੱਤੀ, ਅਕਾਲੀ ਦਲ ਨੇ ਸਪੋਰਟ ਦਿੱਤੀ, ਵੱਖ-ਵੱਖ ਜਿਹੜੀਆਂ ਵਪਾਰਕ ਸਮਾਜਿਕ ਜਥੇਬੰਦੀਆਂ ਨੇ ਸਪੋਰਟ ਦਿੱਤੀ। ਅਸੀਂ ਕਿੰਨੇ ਕੁ ਲੋਕ ਹਾਂ ਬੀਜੇਪੀ 23 ਤੇ ਅਸੀਂ ਸੀਟਾਂ ਲੜਦੇ ਰਹੇ ਹਾਂ, ਅਸੀਂ 5ਵੇਂ ਹਿੱਸੇ ਦੇ ਵਿੱਚ ਅਸੀਂ ਕਿਸੇ ਕੋਲੀਸ਼ਨ ਪਾਰਟਨਰ ਰਹੇ ਹਾਂ, ਤੇ ਅਸੀਂ ਇੱਕ ਪਾਸੇ ਖੜੇ ਰਹੀਏ ਤੇ ਬਾਕੀ ਸਾਰੀ ਲੀਕ ਮਾਰ ਕੇ ਦਾ ਬਾਕੀ ਸਾਰਾ ਪੰਜਾਬ, ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰਾ ਸਮਾਜ ਜਿਹੜਾ ਵਾ ਉਹ ਇੱਕ ਪਾਸੇ ਖੜਾ ਰਵੇ। ਸਾਨੂੰ ਵੈਸੇ ਤੇ ਆਪਣੇ ਅੰਦਰ ਵੈਸੇ ਇਹ ਹੀ ਸੋਚਣਾ ਚਾਹੀਦਾ ਵੀ ਅਸੀਂ ਕੀ ਕਰ ਕੀ ਰਹੇ ਹਾਂ। ਵੈਸੇ ਤੇ ਇਹ ਪੰਜਾਬ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੀ, ਉਹਦਾ ਪਦ ਰਹਿੰਦਾ ਨਾ ਰਹਿੰਦਾ, ਉਹਦੀ ਕੁਰਸੀ ਰਹਿੰਦਾ ਨਾ ਰਹਿੰਦੀ, ਉਹ ਆਪਣੇ ਵਰਕਰਾਂ ਦੀ ਸਿਕਿਉਰਿਟੀ ਕਰਨਾ ਉਹਦਾ ਧਰਮ ਸੀਗਾ। ਇੱਕ ਵੀ ਇਨਸੀਡੈਂਟ ਹੋਇਆ ਸੀ ਜਾਂ ਤੇ ਉਹ ਸਿੱਧਾ ਟੱਕਰ ਲੈਂਦਾ ਉਹਦੇ ਨਾਲ, ਸਰਕਾਰ ਦੇ ਨਾਲ, ਵੀ ਸਾਡੇ ਪੁਲਿਸ ਨੇ ਸਾਡੇ ਬੰਦੇ ਨੂੰ ਨਹੀਂ ਬਚਾਇਆ, ਸਾਡੇ ਬੰਦੇ ਨਾਲ ਆ ਹੋ ਗਿਆ, ਉਹ ਵੀ MLA ਦੇ ਲੈਵਲ ਦੇ ਬੰਦੇ ਨਾਲ ਹੈ। ਉਹਨਾਂ ਨੇ ਗੂੰਗਲੋਂ ਤੋਂ ਮਿੱਟੀ ਝਾੜ ਕੇ, ਫਿਰ ਮੈਨੂੰ ਅੱਜ ਵੀ ਇੱਕ ਜ਼ਿਲ੍ਹਾ ਪ੍ਰਧਾਨ ਦਾ ਫੋਨ ਆਉਂਦੇ ਜੀ ਸਾਡੇ ਨਾਲ ਪਿੱਛੇ ਖੂਨਦਾਨ ਕੈਂਪ ਲਾਇਆ ਸੀ, ਸਾਨੂੰ 4 ਘੰਟੇ ਬੰਦ ਕਰਤਾ, ਸਾਨੂੰ ਪੰਜਾਬ ਪ੍ਰਧਾਨ ਦਾ ਫੋਨ ਤੱਕ ਨਹੀਂ ਆਇਆ। ਮਤਲਬ ਇਹਨਾਂ ਗੱਲਾਂ ਤੋਂ ਡਿਮੋਰਲਾਈਜ਼ ਆ। ਜਿਹੜੀ ਗੱਲ ਤੁਸੀਂ ਆਂਦੇ ਨਾ ਬਾਹਰ ਮੈਂ ਲਕੀਰ ਟੱਪੀ, ਮੈਂ ਲਕੀਰ ਕਿਉਂ ਟੱਪੀ ਜਾਂ ਮੈਨੂੰ ਇਹ ਕੀ ਕਹਿ ਸਕਦੇ ਆ ਤੁਸੀਂ ਇਹ ਵੇਖੋ ਵੀ ਜਦੋਂ ਇਹਨਾਂ ਨੇ ਲਕੀਰ ਦੇ ਅੰਦਰ ਗੱਲ ਨਹੀਂ ਸੁਣੀ
ਹਫਤਾ ਹਫਤਾ ਫੋਨ ਸੁਣਨਾ ਜਿਹੜਾ ਉਹ ਗਵਾਰਾ ਨਹੀਂ ਹੋਇਆ ਇਹਨੂੰ, ਪੰਜਾਬ ਪ੍ਰਧਾਨ ਤੱਕ ਵਰਗੇ ਨੂੰ। ਦਿੱਲੀ ਗਿਆ ਤੇ ਦਿੱਲੀ ਕੋ ਸਹੀ ਜਵਾਬ ਨਹੀਂ ਮਿਲਿਆ। ਇਸ ਕਰਕੇ ਮੈਂ ਸਮਝਿਆ ਵੀ ਇੱਥੇ ਪੰਜਾਬ ਦੇ ਯੂਨਿਟ ਨਾਲ ਗੱਲ, ਇਹਨਾਂ ਨੂੰ ਮੈਂ ਬਾਰ-ਬਾਰ ਕਿਹਾ 23 ਐਮਐਲਏ ਆਪਾਂ ਲੜਦੇ ਹਾਂ, ਕੋਈ ਬਹੁਤ ਲੰਬਾ ਚੌੜਾ ਨਹੀਂ, 23 ਜਿਹੜੇ ਇਲੈਕਸ਼ਨ ਲੜਨ ਵਾਲੇ ਐਮਐਲਏ ਉਹਨਾਂ ਸਾਰਿਆਂ ਨੂੰ ਬੁਲਾਓ। ਉਹ ਕਿਉਂਕਿ ਗਰਾਊਂਡਡ ਲੋਕ ਆ, ਭਾਵੇਂ ਹਾਰੇ ਵੀ ਹੋਣ ਨਾ, ਉਹਨਾਂ ਕੋਲ ਫਿਰ ਵੀ ਲੋਕ ਕੰਮ ਵਾਸਤੇ ਆਉਂਦੇ ਆ। ਲੋਕ ਗਰਾਊਂਡ ਦੀ ਗੱਲ ਉਹਨਾਂ ਨੂੰ ਪਤਾ ਹੁੰਦੀ ਆ, ਭਾਵੇਂ ਉਹ ਕਾਉਂਸਲਰ ਹੋਵੇ ਭਾਵੇਂ ਐਮਐਲਏ ਹੋਵੇ, ਕਿਉਂਕਿ ਲੋਕੀ ਹਾਰੇ ਜਿੱਤੇ ਨੂੰ ਨਹੀਂ ਵੇਖਦੇ। ਲੋਕੀ ਜਿਹਦੇ ਨਾਲ ਜੁੜੇ ਆ ਉਹਦੇ ਕੋਈ ਕੰਮ ਲੈਣ ਆਉਂਦੇ ਆ, ਉਹਦੇ ਕੋਲ ਫੋਨ ਕਰਾਉਣਾ, ਉਹਦੇ ਕੋਲ ਕੋਈ ਮਦਦ ਲੈਣੀ, ਕਿਤੇ ਹਸਪਤਾਲ ਕੋਈ ਦੂਜਾ ਕੋਈ ਵਿਆਹ ਸ਼ਾਦੀ ਆ ਗਿਆ, ਕੋਈ ਕਿਸੇ ਦਾ ਐਡਮਿਸ਼ਨ ਦੇਣੀ ਹੋਈ, ਮਤਲਬ ਉਹ ਮਦਦ ਹਮੇਸ਼ਾ ਕਰਦੇ ਆ। ਸਾਰੇ ਜਿਨ੍ਹਾਂ ਨੇ ਇਲੈਕਸ਼ਨਾਂ ਲੜਨੀਆਂ ਉਹ ਕਰਨੀ, ਉਹਨਾਂ ਦੀ ਮਜਬੂਰੀ ਵੀ ਹੁੰਦੀ ਹੈ ਤੇ ਕਰਦੇ ਵੀ ਆ, ਕਈ ਮਨੋਂ ਵੀ ਸੇਵਾ ਕਰਦੇ ਆ। ਤੇ ਮੈਂ ਕਿਹਾ ਇਹ 23 ਨੂੰ ਬੁਲਾ ਲਓ, ਨਾਲ ਆਪਣੀ ਕੋਰ ਕਮੇਟੀ ਬਣਾ ਲਓ, ਹੋਰ 5-7 ਦੇ ਲੀਡਰ ਤੁਹਾਨੂੰ ਪ੍ਰਮੁੱਖ ਲੱਗਦੇ ਆ, ਬਣਾ 50-60 ਬੰਦੇ। ਜੇ 23 ਐਮਐਲਏ ਮੇਰੇ ਕਿਹਾ ਇਹਨਾਂ ਨੇ ਨਹੀਂ ਅੱਜ ਤੱਕ ਨਹੀਂ ਬੁਲਾਏ, ਉਸ ਤੋਂ ਬਾਅਦ ਵੀ ਨਹੀਂ ਬੁਲਾਏ, ਅੱਜ ਤੱਕ ਨਹੀਂ ਬੁਲਾਏ। 23 ਐਮਐਲਏਆਂ ਦੀ ਮੀਟਿੰਗ ਜਿਹੜੇ ਗਰਾਊਂਡ ਤੇ ਇਲੈਕਸ਼ਨ ਲੜਦੇ ਆ ਤੇ ਨਾਲ ਆਪਣੀ ਕੋਰ ਕਮੇਟੀ ਜਾਂ ਦੂਜੀ ਬਹਾ ਕੇ ਇਕੱਠਾ ਸਾਰਿਆਂ ਦੇ ਮਨ ਦੀ ਗੱਲ ਲੈਂਦੇ ਇੱਕ ਵਾਰੀ ਕਿ ਸਾਨੂੰ ਕੀ ਕਰਨਾ ਚਾਹੀਦਾ, ਫਿਰ ਤੇ ਪ੍ਰਧਾਨ ਤੇ ਵੀ ਗੱਲ ਨਾ ਰਹਿੰਦੀ। ਪ੍ਰਧਾਨ ਸਾਰਿਆਂ ਦੀ ਗੱਲ ਲਿਖਤੀ ਅੱਗੇ ਹਾਈ ਕਮਾਂਡ ਤੇ ਰੱਖ ਦਿੰਦਾ ਵੀ ਇਹ 90% ਲੋਕ ਇਹ ਚਾਹੁੰਦੇ ਆ ਵੀ ਇਹਨੂੰ ਕਿਸੇ ਵੀ ਲੈਵਲ ਤੇ ਹੱਲ ਕਰੋ, ਇਹੀ ਭਾਵਨਾ ਵਾ। ਇੰਨੀ ਹਿੰਮਤ ਰੱਖਦੇ ਆ ਜੀ, ਇੰਨੀ ਹਿੰਮਤ ਰੱਖਦੇ ਆ ਜਿੰਨੀ ਬੇਬਾਕੀ ਨਾਲ ਹਿੰਮਤ ਨਾਲ ਤੁਸੀਂ ਕਹਿੰਦੇ ਹੋ ਕਿ ਪ੍ਰਧਾਨ ਜੀ ਤੁਹਾਡੇ ਬਿਆਨ ਵੀ ਲੈ ਜਾਂਦੇ। ਮੈਂ ਇਹੋ ਬੇਨੀਪਾਲ ਜੀ, ਇਹਨਾਂ ਦਾ ਧਰਮ ਸੀ, ਡਿਊਟੀ ਸੀ, ਪਰ ਇਹ ਕੁਰਸੀ ਨੂੰ ਘੁੱਟ ਕੇ ਫੜ ਕੇ ਨਾ ਇਹਨਾਂ ਦੇ ਕੁਰਸੀ ਦੀਆਂ ਬਾਹੀਆਂ ਨੂੰ ਇਹ ਚਿੰਬੜੇ ਰਹੇ ਆ। ਇਹਨਾਂ ਨਾ ਤੇ ਆਪਣੀ ਉਹ ਡਿਊਟੀ ਪੂਰੀ ਕੀਤੀ ਆ ਵੀ ਪੰਜਾਬ ਨੂੰ ਬਚਾਉਣਾ ਆਪਾਂ, ਨਾ ਇਹਨਾਂ ਨੇ ਉਹ ਡਿਊਟੀ ਪੂਰੀ ਕੀਤੀ ਆ ਵੀ ਆਪਣੇ ਵਰਕਰ ਨੂੰ ਬਚਾਉਣਾ। ਤੇ ਜੇ ਵਰਕਰ ਨਾਲ ਕੁਝ ਹੋਇਆ ਤੇ ਉਹ ਵੀ ਇਹਨਾਂ ਡਿਊਟੀ ਪੂਰੀ ਨਹੀਂ ਕੀਤੀ ਵੀ ਆਪਾਂ ਸਰਕਾਰ ਨਾਲ ਤੇ ਘੱਟ ਤੋਂ ਘੱਟ ਜਿਹੜੀ ਸਰਕਾਰ ਪੰਜਾਬ 'ਚ ਉਹਦੇ ਨਾਲ ਤੇ ਟੱਕਰੀਏ। ਇਹ ਜਾ ਕੇ ਉੱਥੇ ਡਰਾਮਾ ਕਰਕੇ ਗਵਰਨਰ ਨੂੰ ਦੇ ਕੇ ਇੱਕ ਮੈਮੋਰੰਡਮ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੋਠੀ ਅੱਗੇ ਅਚਾਨਕ ਜਾ ਕੇ ਉੱਤਰ ਤੇ ਜਾਣ ਹੀ ਨਹੀਂ ਦਿੰਦੇ, ਅਨਾਉਂਸ ਕਰਕੇ ਜਾਈਏ ਜਾਣ। ਜੇ ਚਲੇ ਗਏ ਉੱਥੇ ਬਹਿ ਜਾਂਦੇ ਵੀ ਆਪਾਂ ਤੇ ਬਹਿ ਗਏ ਹੁਣ ਮਰਨ ਵਰਤ ਤੇ। ਤੁਸੀਂ ਜਿੰਨਾ ਚਿਰ ਮਾਫੀ ਨਹੀਂ ਪੰਜਾਬ ਕੋ ਮੰਨਦੇ, ਤੁਹਾਡਾ ਲੈਜਿਸਲੇਟਰ ਇੱਕ ਜਿਹੜਾ ਵਾ ਉਹਦੇ ਕੱਪੜੇ ਲਾਤੇ ਗਏ, ਤੁਹਾਡੀ ਸਰਕਾਰ ਆ, ਪੰਜਾਬ ਕੋ ਮਾਫੀ ਮੰਗੋ। ਇਹ ਕਹਿੰਦੇ ਇੰਨੀ ਹਿੰਮਤ ਰੱਖਦੇ, ਨਹੀਂ ਤਾਂ ਮੈਂ ਬੈਠਾ ਇੱਥੇ ਮੈਂ ਪਾਣੀ ਵੀ ਨਹੀਂ ਪੀਣਾ। ਇੱਕ ਦਿਨ ਦੇ ਵਿੱਚ ਹੀ ਮਾਫੀ ਮੰਗਣੀ ਪੈਂਦੀ ਤੇ ਕਾਰਵਾਈ ਹੁੰਦੀ। ਵਰਕਰ ਦਾ ਮਨੋਬਲ ਤੇ ਵੱਧਦਾ। ਕੋਈ ਦਿੱਲੀੋਂ ਕੋਈ ਇਹੋ ਜਿਹਾ ਬਿਆਨ ਆਉਂਦਾ ਵੀ ਇਹ ਬਰਦਾਸ਼ਤ ਨਹੀਂ ਹੋਊਗਾ ਜੇ ਵਰਕਰਾਂ ਨਾਲ ਇਹ ਹੋਊਗਾ। ਅਸੀਂ ਵਰਕਰ ਦੀ ਸਿਕਿਉਰਿਟੀ ਨਹੀਂ ਕਰ ਪਾ ਰਹੇ, ਅਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਉਹ ਆਵਾਜ਼ ਨਹੀਂ ਉਠਾ ਪਾ ਰਹੇ। ਕਿਸਾਨ ਪੰਜਾਬ ਦੇ ਆ, ਪੰਜਾਬ 'ਚੋਂ ਐਜੀਟੇਸ਼ਨ ਸ਼ੁਰੂ ਹੋਈ ਤੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਉੱਥੋਂ ਤੱਕ ਨਹੀਂ ਪਹੁੰਚਾ ਸਕੇ। ਉਹ ਡਿਊਟੀ ਨੇ ਇਸਦੀ ਪੂਰੀ ਕੀਤੀ। ਉਸ ਤੋਂ ਬਾਅਦ ਜੋ ਵੀ ਹੁੰਦਾ ਅਸੀਂ ਉਹਨੂੰ ਫੋਨ ਕਰਕੇ ਰਾਜੀ ਨਹੀਂ ਗਏ ਵੀ ਤੇਰਾ ਕੀ ਹਾਲ ਹੈ ਭਾਈ, ਉਹਨਾਂ ਦਾ ਮਨੋਬਲ ਕਾਇਮ ਰਵੇ। ਤੇ ਕਿਸ ਗੱਲ ਤੇ ਮਨੋਬਲ ਕਾਇਮ ਰਹੂਗਾ ਫਿਰ ਦੱਸੋ? ਕਿਸੇ ਪਾਸਿਓਂ ਵਰਕਰ ਜਿਹੜਾ ਵਾ ਇਹ ਤੇ ਇੰਨੀਆਂ ਸਿਕਿਉਰਿਟੀਆਂ ਲੈ ਕੇ ਵਰਚੁਅਲ ਮੀਟਿੰਗਾਂ ਕਰਕੇ ਵਰਕਰ ਨੂੰ ਕਹਿ ਦਿੰਦੇ ਜਾਓ ਪ੍ਰੋਗਰਾਮ ਕਰੋ। ਵਰਕਰ ਬਿਨਾਂ ਸਿਕਿਉਰਿਟੀ ਤੇ ਜਾ ਕੇ ਕਿਸ ਤਰ੍ਹਾਂ ਜਾਊਗਾ? ਜਿਹੜੇ ਜਾਂਦਾ ਮਾੜਾ ਮੋਟਰ ਉਹ ਫੜੇ ਜਾਂਦੇ ਆ, ਉਹਨਾਂ ਦਾ ਜੋ ਕੁਛ ਹੁੰਦਾ। ਉਸ ਤੋਂ ਬਾਅਦ ਇਹਨਾਂ ਨੂੰ ਕੋਈ ਹੌਸਲੇ ਵਾਲਾ ਕੋਈ ਗੱਲ ਨਹੀਂ ਹੁੰਦੀ। ਇਸ ਕਰਕੇ ਵਰਕਰ ਡਿਮੋਰਲਾਈਜ਼ ਇਹਨਾਂ ਗੱਲਾਂ ਕਰਕੇ ਆ। ਜੇ ਕੋਈ ਲੜਾਈ ਵੀ ਚੱਲਦੀ ਹੋਵੇ ਨਾ, ਕੋਈ ਲੱਗੀ ਹੋਵੇ ਲੜਾਈ, ਠੀਕ ਆ, ਆਮੋ ਸਾਹਮਣੇ ਪਾਰਟੀ ਦੀ ਗੱਲ ਦੇ ਉੱਤੇ ਅੜ ਗਏ ਆਪਾਂ, ਤੇ ਫਿਰ ਇੰਨੀ ਹਿੰਮਤ ਵੀ ਹੋਣੀ ਚਾਹੀਦੀ ਆ ਵੀ ਵਰਕਰ ਨੂੰ ਜਿਹੜਾ ਹੌਸਲਾ ਬਣਾ ਕੇ ਰੱਖਣਾ ਵੀ ਜ਼ਰੂਰੀ ਆ। ਉਹ ਕਿੱਥੇ ਬਣਾ ਕੇ ਰੱਖਿਆ ਸੀ ਤੇ ਤਾਲਬੇ ਨਹੀਂ ਰੱਖ ਪਾ ਰਹੇ, ਹੌਸਲਾ ਕਿੱਥੇ ਬਣਾ ਕੇ ਰੱਖ ਪਾ ਰਹੇ। ਅੱਛਾ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ 117 ਇਹਨਾਂ ਦਾ ਭੁਲੇਖਾ ਹੀ ਹੈ, ਪਤਾ ਨਹੀਂ ਕਿਉਂ ਕਰਦੇ ਗੱਲਾਂ ਇਹ, ਜਾਂ ਇਹਨਾਂ ਦੇ ਮਨ 'ਚ ਕੋਈ ਹੈਗੀ ਆ। ਇਹ ਹੁਣ ਹਿਲਜੁਲ ਹੋਈ ਹੈ ਥੋੜੀ ਬਹੁਤੀ ਉੱਤੇ ਦਿੱਲੀ ਵੀ, ਮੈਨੂੰ ਵੀ ਕੁਝ ਫੋਨ ਆਉਂਦੇ ਆ, ਐਸੀ ਕੋਈ ਗੱਲ ਨਹੀਂ ਆ। ਮੈਨੂੰ ਦਿੱਲੀ ਦੇ ਲੀਡਰਾਂ ਦੇ ਜਾਂ ਇੱਧਰ ਉੱਧਰ ਦੇ ਫੋਨ ਆਉਂਦੇ ਆ। ਪਾਰਟੀ 'ਚ ਹਰਕਤ ਹੋ ਰਹੀ ਆ, ਇਹਨਾਂ ਨੂੰ ਹੱਲ ਕਰਨਾ ਪਊਗਾ ਇਲੈਕਸ਼ਨ ਦਾ। ਅੱਛਾ ਪਾਰਟੀ 'ਚ ਤਾਂ ਹਰਕਤ ਹੋ ਰਹੀ ਹੈ। ਜਿਹੜਾ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਤੁਹਾਡੇ ਖਿਲਾਫ ਹਰਕਤ ਹੋ ਰਹੀ ਹੈ ਕਿ ਅਨਿਲ ਜੋਸ਼ੀ ਨੂੰ ਬਾਹਰ ਕੱਢ ਦਿਓ, ਕਿ ਇਸ ਤਰ੍ਹਾਂ ਦੀ ਇੰਨੀ ਹਿੰਮਤ ਹਾਲੇ ਤੱਕ ਨਹੀਂ ਇਹਨਾਂ ਦੀ ਹੋਈ। ਇਹਨਾਂ ਨੂੰ ਪਤਾ ਵਾ ਵੀ ਅਨਿਲ ਜੋਸ਼ੀ ਦਾ ਜਿਹੜਾ ਵਾ ਨਾ ਪਾਰਟੀ ਦੇ ਵਿੱਚ ਕੀ ਕਾਰਗੁਜ਼ਾਰੀ ਰਹੀ ਆ, ਕਿੰਨਾ ਕੰਮ ਮੈਂ ਪੰਜਾਬ 'ਚ ਕੀਤਾ ਵਾ। ਤੇ ਜੇ ਮੇਰੇ ਵਰਗੇ ਬੰਦੇ ਨੂੰ 1 ਮਿੰਟ ਦੇ ਵਿੱਚ ਇੰਝ ਕਹਿਣਗੇ ਨਾ ਵੀ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਕੱਢ ਦੇਣਗੇ ਤੇ ਇਹਨਾਂ ਦੇ ਪੱਲੇ ਕੀ ਰਹਿ ਜਾਣਾ ਵੀ ਇਹਨਾਂ ਨੂੰ ਪਤਾ। ਪਰ ਇੱਕ ਗੱਲ ਹੈਗੀ ਆ ਵੀ ਇਹਨਾਂ ਨੇ ਆਪਣੇ ਬੰਦੇ ਜਿਹੜੇ ਨਾ ਲੱਲੂ ਪੰਜੂ ਲਾਏ ਆ ਮੇਰੇ ਖਿਲਾਫ ਬੋਲਣ ਤੇ। ਮੈਨੂੰ ਉਹਨਾਂ ਨੂੰ ਕੋਈ ਬੌਦਰ ਨਹੀਂ, ਮੈਂ ਕਦੀ ਸੁਣਿਆ ਵੀ ਨਹੀਂ ਉਹਨਾਂ ਦਾ। ਉਹ ਜੋ ਬੋਲਦੇ ਆ ਨਾ ਮੈਂ ਕਦੀ ਸੁਣੀ ਵੀ ਨਹੀਂ। ਉਹਨਾਂ ਦੀ ਪੋਸਟ ਹੀ ਆਉਂਦੀ ਆ ਕਈ ਵੇਲੇ WhatsApp ਤੇ Facebook ਤੇ, ਮੈਨੂੰ ਅੱਗੇ ਕੱਢ ਦੇਣਾ ਜਾਂ ਡਿਲੀਟ ਕਰ ਦੇਣਾ। ਮੈਂ ਇਸ ਕਰਕੇ ਵੀ ਉਹ ਲੈਵਲ ਹੀ ਨਹੀਂ ਹੈਗਾ ਉਹਨਾਂ ਦਾ। ਜਿਹੜੇ ਇਹਨਾਂ ਨੇ ਮੇਰੇ ਪੰਜਾਬ ਪ੍ਰਧਾਨ ਬੋਲੇ ਮੇਰੇ ਖਿਲਾਫ, ਕੋਈ ਹੋਰ ਬੋਲੇ ਮੇਰੇ ਖਿਲਾਫ, ਕੈਂਟ ਸਟੇਟਮੈਂਟ ਦੇਣ ਮੇਰੇ ਖਿਲਾਫ, ਕੋਈ ਗੱਲ ਨਹੀਂ ਆ। ਇਹਨਾਂ ਕੋਈ ਜ਼ਿਲ੍ਹਾ ਪ੍ਰਧਾਨ, ਕੋਈ ਥੱਲੇ ਦੇ ਬੰਦੇ ਇੱਧਰੋਂ ਉੱਧਰੋਂ ਖੱਬੇ ਸੱਜਿਓਂ ਲਾ ਕੇ ਕੋਈ, ਤੇ ਉਹ ਬੋਲਦੇ ਪਏ। ਮੈਨੂੰ ਉਹਦਾ ਕੋਈ ਅਸਰ ਨਹੀਂ ਹੈਗਾ। ਮੈਂ ਆਪਣੀ ਗੱਲ ਜਿਹੜੀ ਆ ਪੰਜਾਬ ਵਾਸਤੇ ਰੱਖ ਰਿਹਾ, ਮੈਂ ਗਲੀਆਂ ਦੇ ਬੰਦਿਆਂ ਵਾਸਤੇ ਨਹੀਂ ਰੱਖ ਰਿਹਾ। ਪੰਜਾਬ ਮੇਰੀ ਡਿਊਟੀ ਆ, ਮੇਰਾ ਧਰਮ ਆ, ਮੇਰੀ ਜ਼ਮੀਰ ਨੇ ਜੋ ਕਿਹਾ ਮੈਂ ਉਹ ਕੀਤਾ। ਮੈਂ ਕੋਈ ਇਹ ਨਹੀਂ ਆ ਵੀ ਮੈਨੂੰ ਕੀ ਹੋ ਜਾਊਗਾ ਕੀ ਨਹੀਂ ਹੋ ਜਾਊਗਾ। ਠੀਕ ਹੈ, ਜਦੋਂ ਆਪਾਂ ਇਲੈਕਸ਼ਨਾਂ ਲੜਨੀਆਂ ਵਾ, ਇਲੈਕਸ਼ਨ ਅੱਜ ਮੈਂ ਇਸ ਤਰ੍ਹਾਂ ਹੀ ਚੱਲ ਜਾ ਬਿਨਾਂ ਪਾਰਟੀ ਤੋਂ, ਤੇ ਲੋਕ ਮੈਨੂੰ ਹੱਥਾਂ ਤੇ ਚੁੱਕਣ ਵਾਸਤੇ ਇੱਥੇ ਹੀ ਮੈਂ ਆਉਣਾ ਚਾਹੁੰਦਾ ਸੀ। ਹੁਣ ਤੁਸੀਂ ਦੇਖੋ ਕਿ ਪਾਰਟੀ ਤੁਹਾਡੀ ਮੀਟਿੰਗ ਕਰਦੀ ਹੈ, ਬਾਹਰ ਲੋਕ ਨਿਕਲ ਨਹੀਂ ਦਿੰਦੇ,
ਪਤਾ ਲੱਗ ਜਾਂਦਾ, ਕੰਸੋ ਮਿਲਦੀ ਆ, ਉੱਥੇ ਜਾ ਕੇ ਉਹਦਾ ਮੁਰਦਾਬਾਦ ਮੁਰਦਾਬਾਦ ਕਰਦੇ ਆ, ਕੱਪੜੇ ਪਾੜਨ ਤੱਕ ਦੀਆਂ ਨੌਬਤਾਂ ਆ ਗਈਆਂ ਨੇ। ਕੱਲ ਨੂੰ ਭਾਵੇਂ ਪਾਰਟੀ ਦੇ ਤੁਸੀਂ ਖਿਲਾਫ ਰੱਜ ਕੇ ਬੋਲਿਓ, ਤੁਹਾਨੂੰ ਤੁਹਾਡੇ ਹਲਕੇ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਟਿਕਟ ਦੇ ਦਿੰਦੀ ਹੈ, ਕੀ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜਨ ਵਾਸਤੇ ਤਿਆਰ ਹੋ? ਇਹ ਤੇ 4.5 ਸਾਲਾਂ ਦੇ ਮੇਰੀ ਟਿਕਟ ਕੱਟਣ ਦੀਆਂ ਸਕੀਮਾਂ ਲਾਉਂਦੇ ਪਏ ਹੀ। ਵੈਸੇ ਹੀ ਵੀ ਇਹਨਾਂ ਨੂੰ ਐ ਲੱਗਦਾ ਸੀ ਪਤਾ ਨਹੀਂ ਇਹ ਜਿੰਨਾ ਚਿਰ ਅਨਿਲ ਜੋਸ਼ੀ ਸਾਡੀ ਵਾਰੀ ਨਹੀਂ ਆਉਣੀ। ਬਹੁਤ ਸਾਰੇ ਲੀਡਰ ਇਹੋ ਜਿਹੇ ਹੈਗੇ, ਜਦੋਂ ਮੈਂ ਮੰਤਰੀ ਬਣਿਆ ਨਾ ਤੇ ਉਦੋਂ ਹੀ ਮੇਰੇ ਖਿਲਾਫ ਸਫਬੰਦੀ ਸ਼ੁਰੂ ਹੋ ਗਈ। ਯਾਰ ਇਹ ਕੱਲ ਆ ਕੇ 2 ਵਾਰੀ ਐਮਐਲਏ ਬਣਿਆ, ਏਡੀਆਂ ਵੱਡੀਆਂ ਮਿਨਿਸਟਰੀਆਂ 'ਚ ਮਿਨਿਸਟਰ ਬਣ ਗਿਆ, ਇਹਨਾਂ ਸਭ ਨੇ ਰਲ ਮਿਲ ਕੇ ਮੈਨੂੰ ਹਰਾਇਆ 2017 ਦੀ ਇਲੈਕਸ਼ਨ। ਉਸ ਤੋਂ ਬਾਅਦ ਲਗਾਤਾਰ ਇਹ ਜੋ ਹਰਕਤਾਂ ਕਰਦੇ ਰਹੇ ਆ ਨਾ, ਉਹ ਬੜੀਆਂ ਕੋਈ ਚੰਗੀਆਂ ਨਹੀਂ ਹੈਗੀਆਂ, ਪਾਰਟੀ ਨੂੰ ਕੋਈ ਬਹੁਤ ਫਾਇਦਾ ਦੇਣ ਵਾਲੀਆਂ ਨਹੀਂ। ਵੀ ਜਿਹੜੇ ਕਾਉਂਸਲਰ ਨਹੀਂ ਜਿੱਤ ਸਕੇ, ਜਿਹੜੇ ਲੋਕ ਉਹਨਾਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਾਰਟੀ ਵੱਲੋਂ, ਉਹਨਾਂ ਨੂੰ ਰਾਜ ਸਭਾ ਦਿੱਤੀਆਂ ਗਈਆਂ, ਉਹਨਾਂ ਨੂੰ ਆਪਣਾ ਜਿਹੜਾ ਪਾਰਟੀ ਦੇ ਪ੍ਰਧਾਨਗੀ ਪੰਜਾਬ, ਜਿਹੜਾ ਕਾਉਂਸਲਰ ਨਾ ਜਿੱਤ ਸਕੇ ਉਸ ਬੰਦੇ ਨੂੰ ਐਡੇ ਐਡੇ ਵੱਡੀਆਂ ਪੋਸਟਾਂ ਦੇ ਦਈਏ ਤੇ ਆਪਾਂ ਪਾਰਟੀ ਤੋਂ ਕੀ ਆਸ ਰੱਖਾਂਗੇ ਦੱਸੋ। ਇਸ ਕਰਕੇ ਇਹ ਆ ਵੀ ਮੈਂ ਤੇ ਤੁਹਾਨੂੰ ਦੱਸਿਆ ਵੀ ਆਪਣਾ ਮੈਂ ਤਾਂ ਕਰਮਯੋਗੀ ਆ, ਮੈਂ ਤਾਂ ਦਿਹਾੜੀ ਕਰਕੇ ਖਾਣ ਵਾਲਾ ਬੰਦਾ ਵਾ, ਮੈਨੂੰ ਕੋਈ ਕਿਰਪਾ ਨਹੀਂ ਹੈ ਕਿਸੇ ਦੀ ਚਾਹੀਦੀ। ਮੈਂ ਤੇ ਇਹ ਤੁਹਾਨੂੰ ਦੱਸਿਆ ਵਾ ਵੀ ਇਹ ਜੋ ਮਰਜ਼ੀ ਕਰਦੇ ਰਹਿਣ, ਮੈਂ ਇਹਨਾਂ ਨੂੰ ਬੌਦਰ ਨਹੀਂ ਕੀਤਾ 4.5 ਸਾਲ। ਮੈਂ ਹਮੇਸ਼ਾ ਹੀ ਪਹਿਲਾਂ ਵੀ ਆਪਣੇ ਮਨ ਦੀ ਗੱਲ ਕੀਤੀ ਹੈ। ਜਦੋਂ ਮਿਨਿਸਟਰ ਸੀ ਮੈਂ ਅਕਾਲੀ ਦਲ ਦੇ ਨਾਲ ਜਿਹੜੇ ਕੋਲੀਸ਼ਨ ਸੀ ਉਹਨਾਂ ਨਾਲ ਭਿੜਦਾ ਰਿਹਾ। ਜਦੋਂ ਮੈਂ ਐਮਐਲਏ ਸੀ ਉਦੋਂ ਵੀ ਮੈਂ ਸਰਕਾਰ ਦੇ ਖਿਲਾਫ, ਪਾਰਟੀ ਦੇ ਖਿਲਾਫ ਧਰਨਾ ਲਾਇਆ ਸੀ। ਮੈਂ ਤੇ ਆਪਣੇ ਜੋ ਲੋਕਾਂ ਦੇ ਸੋਚ ਆ ਉਹਦੇ ਮੁਤਾਬਕ, ਕਿਉਂਕਿ ਲੋਕਤੰਤਰ 'ਚ ਅਸੀਂ ਲੋਕਾਂ ਦੇ ਨੁਮਾਇੰਦੇ ਆ। ਨਹੀਂ ਉਹੀ ਗੱਲ ਮੈਂ ਪੁੱਛ ਰਿਹਾ, ਜੇ ਲੋਕਤੰਤਰ ਦੇ ਨੁਮਾਇੰਦੇ ਹੋ, ਪਾਰਟੀ 'ਚ ਹੈਗੇ ਹੋ ਤੁਸੀਂ, ਜੇ ਕੱਲ ਨੂੰ ਪਾਰਟੀ ਨੂੰ ਲੱਗਦਾ ਪਾਰਟੀ ਅੱਖਾਂ ਤੇ ਪੱਟੀ ਭਾਵੇਂ ਬੰਨੀ ਹੋਵੇ, ਪਰ ਇਸ ਗੱਲ ਤੋਂ ਅਣਜਾਣ ਨਹੀਂ ਕਿ ਅਨਿਲ ਜੋਸ਼ੀ ਨੇ ਕੰਮ ਕੀਤਾ, ਅਨਿਲ ਜੋਸ਼ੀ ਦੇ ਨਾਲ ਲੋਕ ਨੇ, ਜੇ ਉਹਨੂੰ ਲੱਗਦਾ ਹੋਵੇ ਕਿ ਅਨਿਲ ਜੋਸ਼ੀ ਉੱਥੋਂ ਜਿੱਤਣ ਵਾਲੇ ਉਮੀਦਵਾਰ ਸੱਚਮੁੱਚ ਨੇ, ਜੇ ਤੁਹਾਨੂੰ ਟਿਕਟ ਦਿੰਦੇ ਨੇ, ਟਿਕਟ ਲਵੋਗੇ? ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਚੋਣ ਲੜੋਗੇ? ਬਿਲਕੁਲ। ਮੈਨੂੰ ਇਹ ਗੱਲ, ਪਹਿਲੀ ਗੱਲ ਸਭ ਤੋਂ ਬੇਨੀਪਾਲ ਜੀ, 7 ਮਹੀਨੇ ਇਲੈਕਸ਼ਨ 'ਚ ਪਏ ਆ ਜੀ, 7 ਮਹੀਨੇ ਇਲੈਕਸ਼ਨ 'ਚ ਆ। ਇਹ ਪਹਿਲੀ ਗੱਲ ਤੇ ਜਿੰਨਾ ਚਿਰ ਹੱਲ ਨਹੀਂ ਕਰ ਪਾਉਣਗੇ, ਟਿਕਟ ਮੈਨੂੰ ਦੇ ਦੇਣ ਭਾਵੇਂ ਕਿਸੇ ਨੂੰ ਦੇ ਦੇਣ, ਇਹੀ ਕੋਈ ਬਾਹਰ ਨਹੀਂ ਨਿਕਲ ਸਕਦਾ ਕੰਪੇਨ ਕਰ। ਇਹ ਟਿਕਟਾਂ ਜੋ ਮਰਜ਼ੀ ਕਰ ਲੈਣ, ਇਹ ਕੋਈ ਹਾਲਾਤ ਨਹੀਂ ਹੈਗੇ ਇਲੈਕਸ਼ਨ ਲੜਨ ਦੇ। ਇਹਨਾਂ ਨੂੰ ਇਹ ਮਸਲਾ ਹੱਲ ਕਰਨਾ ਪਊਗਾ। ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਕਰਦੇ, ਇਲੈਕਸ਼ਨ ਲੜਨ ਦੇ ਕਾਬਿਲ ਨਹੀਂ ਹੈਗੇ। ਜੇ ਮਸਲਾ ਹੱਲ ਕਰ ਦੇਣ, ਅਸੀਂ ਇਸ ਕਾਬਿਲ ਹੋ ਜਾਈਏ ਤੇ ਇਲੈਕਸ਼ਨ ਕੋਈ ਵੀ ਲੜ ਸਕਦਾ, ਮੈਂ ਵੀ ਲੜ ਸਕਦਾ, ਬਾਕੀ ਵੀ ਖੁਸ਼ੀ ਖੁਸ਼ੀ ਸਾਰੇ ਲੜ ਸਕਦੇ। ਅੱਛਾ, ਜੇ ਮੰਨ ਲਓ ਪਰ ਇਹ ਆ ਵੀ ਜਿਹੜੀਆਂ ਗੱਲਾਂ ਤੁਹਾਨੂੰ ਦੱਸਿਆ ਨਾ, ਜਿਹੜਾ ਇਹ ਪਲਾਨ ਕਰਦੇ ਪਏ ਆ ਜੀ, ਇਹ ਜੋ ਪਲਾਨ ਕਰਦੇ ਥੱਲਿਓ ਮੇਰੇ ਖਿਲਾਫ ਬੋਲਣ ਵਾਸਤੇ ਜਨਤਾ ਲਾਈ ਆ, ਇਹ ਮੇਰਾ ਨਹੀਂ ਖਿਆਲ ਕਿ ਬਹੁਤ ਲੰਬਾ ਚਿਰ ਬਰਦਾਸ਼ਤ ਕਰ ਪਾਉਣਗੇ। ਇਹ ਬਹੁਤ ਲੰਬਾ ਚਿਰ ਇਹਨਾਂ ਦੇ ਵੱਸ ਦਾ ਰੋਗ ਨਹੀਂਗਾ, ਕਿਉਂਕਿ ਮੈਂ ਮਨ ਦੀ ਗੱਲ ਮਾਰਨੀ ਨਹੀਂ। ਮੇਰੇ ਤੇ ਪ੍ਰੈਸ਼ਰ ਕਦੀ ਜ਼ਿੰਦਗੀ 'ਚ ਨਾ ਮੈਂ ਕਦੀ ਝੱਲਿਆ ਕਿਸੇ ਦਾ, ਨਾ ਮੇਰੇ ਤੇ ਕੋਈ ਪਾ ਸਕਦਾ। ਮੈਂ ਆਪਣੀ ਕੱਲ ਵੀ ਕੋਈ ਗੱਲ ਜਿਹੜੇ ਮੇਰੇ ਮਨ ਦੀ ਉਹ ਵੀ ਕਰੂੰਗਾ, ਪਰਸੋਂ ਜੇ ਕੋਈ ਆਈ ਉਹ ਵੀ ਕਰੂੰਗਾ। ਮੈਂ ਤੇ ਪੰਜਾਬ ਦੀ ਗੱਲ ਕਰਦਾ ਪਿਆ, ਪੰਜਾਬ ਦੇ ਸੁਹਾਰਦ ਵਾਸਤੇ, ਪੰਜਾਬ ਦੀ ਸ਼ਾਂਤੀ ਵਾਸਤੇ, ਪੰਜਾਬ ਦੇ ਭਾਈਚਾਰੇ ਵਾਸਤੇ, ਕਿਉਂਕਿ ਬਹੁਤ ਸੰਤਾਪ ਝੱਲਿਆ ਸੀ, ਮੈਂ ਉਹਦਾ ਭੁਗਤ ਭੋਗੀ ਆ। ਅਸੀਂ ਮਤਲਬ ਜਿਹੜਾ ਮੇਰੇ ਫਾਦਰ ਅੱਤਵਾਦ ਦੇ ਵਿੱਚ, ਉਹ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਸ਼ਹੀਦ ਹੀ ਹੋਏ, ਕਿਉਂਕਿ ਪੰਜਾਬੀ ਪੜ੍ਹਾਉਂਦੇ। ਜਿਹੜਾ ਪੰਜਾਬੀ ਪੜ੍ਹਾਉਂਦਾ ਪੰਜਾਬ 'ਚ, ਉਹ ਪੰਜਾਬ ਵਾਸਤੇ ਸੇਵਾ ਕਰਦਾ ਪਿਆ ਜੀ, ਤੇ ਉਹ ਪੰਜਾਬ ਦੀ ਸੇਵਾ ਕਰਦੇ ਸਰਵਿਸ ਸੀਗੇ ਜਦੋਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਇਸ ਕਰਕੇ ਮੈਂ ਤੇ ਅਸੀਂ ਇਹ ਸੰਤਾਪ ਝੱਲਿਆ। ਤੇ ਫਿਰ ਸਾਡਾ ਜਦੋਂ ਇਹ ਆ ਵੀ ਸਭ ਕੁਝ ਸਾਂਝਾ, ਵਪਾਰ ਸਾਡਾ, ਪਿਆਰ ਸਾਡਾ, ਬਚਪਨ ਸਾਂਝਾ ਸਾਡਾ ਪਿੰਡਾਂ ਦੇ ਵਿੱਚ, ਤੇ ਅਸੀਂ ਪੰਜਾਬ ਦੀ ਗੱਲ ਨਹੀਂ ਕਰਦੇ ਪਏ। ਮੈਨੂੰ ਤੇ ਇਹੀ ਸਮਝ ਨਹੀਂ ਆਉਂਦੀ ਵੀ ਇਹ ਕਿੰਨਾ ਚਿਰ ਫਿਰ ਮੈਂ ਤਾਂ ਪੰਜਾਬ ਦੀ ਗੱਲ ਕਰਨੋਂ ਹਟਣਾ ਨਹੀਂ। ਇਹ ਦਿੱਲੀ ਦੀ ਗੱਲ ਕਰਦੇ ਆ, ਜੋ ਦਿੱਲੀੋਂ ਗੱਲ ਹੁੰਦੀ ਤੋਤੇ ਵਾਂਗੂ ਬੋਲ ਦਿੰਦੇ ਅੱਗੇ। ਜੋਸ਼ੀ ਸਾਹਿਬ, ਹੁਣ ਇੱਕ ਮੈਨੂੰ ਤੁਸੀਂ ਗੱਲ ਅਚਨਚੇਤ ਕਰ ਲਈ ਹੈ, ਪੰਜਾਬ ਸਰਕਾਰ, ਕੈਪਟਨ ਸਰਕਾਰ ਹੁਣ ਤਰਸ ਦੇ ਆਧਾਰ ਤੇ ਨੌਕਰੀਆਂ ਦੇ ਰਹੀ ਹੈ। ਜਿਹੜਾ ਉਹ ਕਾਲੇ ਦਿਨਾਂ ਦੀ ਭੇਂਟ ਕਿਸੇ ਦੇ ਪਰਿਵਾਰਕ ਜੀ ਚੜੇ ਨੇ, ਤੁਹਾਡੇ ਪਿਤਾ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਕਤਲ ਹੋਇਆ, ਕੀ ਤੁਹਾਡੇ ਤੇ ਤਰਸ ਨਹੀਂ ਆਉਂਦਾ ਜੀ ਸਰਕਾਰ ਨੂੰ? ਨਹੀਂ, ਮੈਂ ਤੁਹਾਨੂੰ ਦੱਸਦਾ, ਸਾਨੂੰ ਤੇ ਉਸ ਟਾਈਮ ਦੇ ਉੱਤੇ ਮੇਰਾ ਛੋਟਾ ਭਰਾ ਜਿਹਨੇ ਸਿਵਲ ਇੰਜੀਨੀਅਰਿੰਗ ਕੀਤੀ ਸੀ, ਸਿਵਲ ਇੰਜੀਨੀਅਰਿੰਗ ਕਰਕੇ ਫਗਵਾੜੇ ਤੋਂ, ਤੇ ਉਹਨੇ ਉਦੋਂ ਉਸ ਤੋਂ ਬਾਅਦ ਜਦੋਂ ਫਾਦਰ ਸਾਹਿਬ ਦੀ ਜਗ੍ਹਾ ਦੇ ਉੱਤੇ, ਕਿਉਂਕਿ ਉਹ ਤੇ ਇਨ ਸਰਵਿਸ ਸੀਗੇ ਜੀ, ਇਹ ਤੇ ਉਤਰਾ ਹੀ ਮਤਲਬ ਜਿਹੜੇ ਇੱਕ ਨੌਕਰੀ ਨਹੀਂ ਸੀ ਕਰਦੇ, ਜਿਹੜੇ ਇਹਨਾਂ ਦੇ ਅੱਤਵਾਦ ਦੇ ਵਿੱਚ ਜਿਨ੍ਹਾਂ ਦੀ ਸ਼ਹੀਦੀ ਚਲੋ ਮੈਂ ਕਹਾਂਗਾ ਹੋਈ ਆ, ਪਰ ਇਹ ਨੌਕਰੀ ਵੀ ਨਹੀਂ ਸੀ ਕਰਦੇ। ਇਹਨਾਂ ਨੂੰ ਤੇ ਇੱਥੇ ਐਡੀ ਦੇਰ ਬਾਅਦ ਜਾ ਕੇ ਤਰਸ ਆ ਗਿਆ, ਕੋਈ ਡੀਐਸਪੀ ਤੇ ਕੋਈ ਆਪਣਾ ਤਹਿਸੀਲਦਾਰ ਭਰਤੀ ਕਰ ਲਿਆ, ਨਾਇਬ ਤਹਿਸੀਲਦਾਰ ਭਰਤੀ ਕਰ ਲਿਆ। ਮੇਰੇ ਬ੍ਰਦਰ ਨੂੰ ਘਰ ਆਈ ਸੀ ਆਪਣਾ ਅਪਾਇੰਟਮੈਂਟ ਲੈਟਰ ਲੈਕਚਰਾਰ ਦੀ, ਕਿਉਂਕਿ ਉਹ ਰੂਲ ਸੀ ਉਸ ਵੇਲੇ ਵੀ ਜਿਹੜਾ ਇਨ ਸਰਵਿਸ ਡੈਥ ਹੋਈ ਆ ਅੱਤਵਾਦ ਦੇ ਵਿੱਚ, ਉਹਨੂੰ ਤੇ ਦੇਣੀ ਸੀ, ਉਹ ਬਾਉਂਡ ਸੀ ਉਹ ਰੂਲ ਮੁਤਾਬਕ। ਅਸੀਂ ਤੇ ਉਹ ਨਹੀਂ ਲਈ, ਅਸੀਂ ਉਹ ਵੀ ਨਹੀਂ ਲਈ।
ਹਾਲੇ ਕਿ ਉਹ ਡਿਜ਼ਰਵ ਕਰਦਾ ਸੀ, ਉਹ ਸ਼ਰਤਾਂ ਪੂਰੀਆਂ ਕਰਦਾ ਸੀ। ਲੈਕਚਰਰ ਦੀ ਉਹਦੀ ਪੋਸਟ ਜਿਹੜੀ ਸਿਵਲ ਇੰਜੀਨੀਅਰਿੰਗ ਕਰਕੇ ਉਹਨੂੰ ਆਈ ਤੇ ਉਹ ਵੀ ਨਹੀਂ ਲਈ, ਕਿਉਂਕਿ ਸਾਡਾ ਚੰਗਾ ਭਲਾ ਵਪਾਰ ਸੀ। ਅਸੀਂ ਕੋਈ ਮਤਲਬ ਜਿਹੜਾ ਵਾ ਇਹ ਆਖਿਆ ਵੀ ਚਲੋ ਇਹ ਕਿਸੇ ਹੋਰ ਵਿਚਾਰੇ ਜਿਹੜਾ ਬੇਰੁਜ਼ਗਾਰ ਉਹਦੇ ਕੰਮ ਆ ਜੂਗੀ, ਇਸ ਕਰਕੇ ਅਸੀਂ ਤੇ ਉਦੋਂ ਵੀ ਨਹੀਂ ਲਈ। ਮੈਂ ਉਸ ਤੋਂ ਬਾਅਦ ਕੈਬਨਿਟ 'ਚ ਰਿਹਾ, ਮੈਂ ਤਾਂ ਨਹੀਂ ਆਖਿਆ ਮੇਰੇ ਮੁੰਡੇ ਨੂੰ ਡੀਐਸਪੀ ਭਰਤੀ ਕਰ ਲਓ, ਕਿਉਂਕਿ ਉਦੋਂ ਹੀ ਛੱਡਤੀ ਸੀ। ਅਸੀਂ ਤੇ ਤੁਹਾਨੂੰ ਦੱਸਿਆ ਸਾਡਾ ਰਾਈਟ ਬੰਦਾ ਸੀ, ਉਦੋਂ ਛੱਡੀ ਸੀ। ਜੇ ਹੁਣ ਕਹਿ ਦਿੰਦੇ ਨਾ, ਜਦੋਂ ਮੈਂ ਕੈਬਨਿਟ ਸੀਗਾ, ਮੈਂ ਖੁਦ ਕੈਬਨਿਟ ਵਜ਼ੀਰ ਸੀਗਾ, ਤੇ ਕਹਿ ਦਿੰਦੇ ਨਾ ਉਦੋਂ, ਕਿਉਂਕਿ ਉਦੋਂ ਵੀ ਇੱਕ ਦੋ ਜਾਣਿਆਂ ਨੂੰ ਜਿਹੜੇ ਜਨਰਲ ਸੀ, ਕਿਸੇ ਲੀਡਰ ਦਾ ਨਹੀਂ ਸੀ, ਕਿਸੇ ਲੀਡਰ ਦੇ ਨਹੀਂ ਸੀ, ਜਨਰਲ ਬੰਦੇ ਸੀ, ਉਦੋਂ ਕੈਬਨਿਟ ਦੇ ਵਿੱਚ ਪਾਸ ਕਰਕੇ ਉਹਨਾਂ ਨੂੰ ਦਿੱਤੀ ਸੀ ਨੌਕਰੀ। ਮੈਂ ਵੀ ਕਹਿ ਦਿੰਦਾ ਮੇਰੇ ਮੁੰਡੇ ਨੂੰ ਡੀਐਸਪੀ ਭਰਤੀ ਕਰੋ, ਉਹ ਜਵਾਨ ਸੀ ਪਰ ਮੈਂ ਤਾਂ ਨਹੀਂ ਕਿਹਾ, ਕਿਉਂਕਿ ਅਸੀਂ ਤੇ ਆਪਣਾ ਤੁਹਾਨੂੰ ਦੱਸਿਆ ਵਾ ਵੀ ਆਪਾਂ ਤੇ ਜ਼ਿੰਦਗੀ 'ਚ ਉਂਗਲ ਕਰਾਈ ਨਹੀਂ ਸਮਾਜ ਦੀ। ਅਸੀਂ ਸਮਾਜ 'ਚ ਰਹਿਣਾ, ਅਸੀਂ ਮਿਹਣੇ ਲੈ ਕੇ ਢੀਠਾਂ ਵਾਂਗੂ ਜਾ ਕੇ ਲੋਕਾਂ 'ਚ ਵੋਟ ਦੁਬਾਰਾ ਮੰਗੀਏ, ਮੈਨੂੰ ਤੇ ਮੇਰੀ ਜ਼ਮੀਰ ਨਹੀਂ ਮੰਨਦੀ। ਅੱਛਾ, ਹੁਣ ਇੱਕ ਹੋਰ ਦੱਸਿਓ, ਹੁਣ ਇਹ ਦੱਸਿਓ, ਜਿਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਆਹ ਜੇ ਹਾਲਾਤ ਰਹੇ, ਜੇ ਕਾਨੂੰਨਾਂ ਦੇ ਉੱਤੇ ਗੌਰ ਨਾ ਕੀਤੀ ਤਾਂ ਚੋਣ ਲੜਨਾ ਤਾਂ ਇੱਕ ਪਾਸੇ ਤੇ ਤੁਸੀਂ ਘਰਾਂ 'ਚੋਂ ਨਹੀਂ ਨਿਕਲ ਸਕਦੇ, ਪਰ ਜਿਹੜਾ ਬੰਦਾ ਸਿਆਸਤ ਦੇ ਵਿੱਚ ਹੈ ਉਹਨੇ ਤਾਂ ਸਿਆਸਤ ਕਰਨੀ ਹੈ। ਹੋ ਸਕਦਾ ਕਿ ਨੇੜੇ ਜਾ ਕੇ ਸੋਚਣ ਕਿ ਥੋੜਾ ਬਹੁਤਾ ਚਵਿੰਗਲ ਪਾ ਲਈਏ, ਪਰ ਉਦੋਂ ਤੱਕ ਹੋ ਸਕਦਾ ਕਿ ਦਿੱਲੀ ਬੜੀ ਦੂਰ ਹੋ ਜਾਏ। ਪਰ ਕਨਸੋਆਂ ਤਾਂ ਇਹ ਵੀ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਕਾਗੂ ਨੇ, ਉਹਨਾਂ ਵਿੱਚ ਤੁਹਾਡਾ ਵੀ ਨਾਮ ਬੋਲਦਾ ਹੈ, ਕਿ ਕਿਸੇ ਵੇਲੇ ਵੀ ਉਡਾਰੀ ਮਾਰ ਸਕਦੇ ਆ, ਪਰ ਜਾਣਗੇ ਕਿੱਧਰ? ਲੋਕ ਸੋਚਦੇ ਆ ਅਕਾਲੀ 36 ਦਾ ਅੰਕੜਾ ਤੁਹਾਡਾ ਕਿਸ ਤੋਂ ਗੁੱਝਾ ਨਹੀਂ। ਅਕਾਲੀ ਦਲ ਦੇ ਕੁਝ ਵੱਡੇ ਆਗੂ ਨੇ, ਉਹਨਾਂ ਨਾਲ ਤੁਹਾਡੀ ਬਿਲਕੁਲ ਨਹੀਂ ਸੀ ਬਣਦੀ ਜਦੋਂ ਤੁਸੀਂ ਵਜ਼ਾਰਤ ਵਿੱਚ ਸੀ, ਸੇਮ ਸਰਕਾਰ ਵਿੱਚ ਸੀ। ਕੀ ਇਹ ਹੋ ਸਕਦਾ, ਇਹ ਸਿਨੈਰੀਓ ਬਣ ਸਕਦਾ ਕਿ ਕੱਲ੍ਹ ਨੂੰ ਇੱਥੋਂ ਤੱਕ ਨੌਬਤ ਆ ਜਾਏ ਕਿ ਤੁਹਾਡਾ ਜੀਣਾ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਖੁਦ ਹੀ ਹਰਾਮ ਕਰ ਦੇਣ, ਕਿ ਤੁਸੀਂ ਕਿਸੇ ਹੋਰ ਪਾਰਟੀ ਜਾਂ ਆਜ਼ਾਦ ਤੌਰ ਤੇ ਆਪਣੀ ਕਿਸਮਤ ਅਜਮਾਵੋ? ਹੋ ਸਕਦਾ ਜੀ? ਦੇਖੋ, ਇਸ ਵੇਲੇ ਜਿਹੜਾ ਮੇਰਾ ਕਰਮ ਹੈ ਨਾ ਪੰਜਾਬ ਦੇ ਹੱਕ ਦੇ ਵਿੱਚ, ਇਲੈਕਸ਼ਨ ਲੜਨੀ ਵੀ ਬਹੁਤ ਜ਼ਰੂਰੀ ਨਹੀਂ ਹੁੰਦੀ। ਜੇ ਲੋਕ ਇਹ ਤੇ ਲੋਕਾਂ ਦਾ ਤੁਹਾਨੂੰ ਦੱਸਿਆ, ਜੇ ਮੇਰੇ ਲੋਕ ਚਾਹਣਗੇ ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ ਲੋਕ ਆਂਦੇ ਤੁਸੀਂ ਬਗੈਰ ਨਿਸ਼ਾਨ ਤੋਂ ਆ ਜਾਓ, ਬਗੈਰ ਕਿਸੇ ਪਾਰਟੀ ਦੇ ਝੰਡੇ ਤੋਂ ਆ ਜਾਓ, ਆਪਣਾ ਝੰਡਾ ਲੈ ਆਓ। ਮੈਂ ਕੋਈ ਇਹਦੇ ਬਾਰੇ ਹਾਲੇ ਸੋਚਿਆ ਨਹੀਂ। ਮੇਰੀ ਹਾਰਦਿਕ ਇੱਛਾ ਇਹ ਆ ਕਿ ਜਿਹੜੇ ਸਾਡੇ ਭਰਾ ਬੈਠੇ ਆ ਬਾਰਡਰਾਂ ਦੇ ਉੱਤੇ, 500 ਸ਼ਹੀਦ ਹੋ ਗਿਆ, ਬਹੁਤ ਮਾੜੀ ਹਾਲਾਤ ਦੇ ਵਿੱਚ। ਕੋਵਿਡ ਦਾ ਜਿਹੜਾ ਸਮਾਂ ਸੀ, ਜਦੋਂ ਲੋਕੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ, ਉਸ ਵੇਲੇ ਵੀ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਬੈਠੇ ਰਹੇ। ਕੀ ਡਰ ਆ ਉਹਨਾਂ ਦੇ ਮਨ 'ਚ, ਕੀ ਤੌਖਲਾ ਉਹਨਾਂ ਦੇ ਮਨ ਦੇ ਵਿੱਚ ਵੀ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਕੋਵਿਡ ਦੇ ਦੌਰਾਨ, ਝੱਖੜਾਂ ਹਨੇਰੀਆਂ ਦੇ ਦੌਰਾਨ, ਕੱਕਰ ਦੇ ਵਿੱਚ, ਠੰਡ ਦੇ ਵਿੱਚ, ਮਤਲਬ ਜਿਹੜੀ ਆ ਹੱਡ ਚੀਰਵੀਂ ਠੰਡ ਦੇ ਵਿੱਚ, ਅੱਤ ਦੀ ਗਰਮੀ ਦੇ ਵਿੱਚ ਉੱਥੇ ਬੈਠੇ ਆ। ਉਹਨਾਂ ਦੇ ਅੰਦਰੋਂ ਇਹ ਤੌਖਲਾ, ਸਾਡੀ ਡਿਊਟੀ ਆ, ਸਾਡਾ ਧਰਮ ਹੈ, ਸਰਕਾਰਾਂ ਦਾ ਵੀ ਇਹ ਧਰਮ ਹੈ ਜੀ ਕਿ ਇਹਨਾਂ ਨੂੰ ਇਸ ਹਾਲਾਤ ਦੇ ਵਿੱਚੋਂ ਆਪਾਂ ਬਾਹਰ ਕੱਢੀਏ। ਕਿਸੇ ਵੀ ਲੈਵਲ ਤੇ ਗੱਲਬਾਤ ਸ਼ੁਰੂ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਵੀ ਇਹ ਕਹੂੰਗਾ ਵੀ ਤੁਸੀਂ ਵੀ ਐਡਾਮੈਂਟ ਨਾ ਹੋ। ਜੇ ਆਪਣਾ ਮਸਲਾ ਹੱਲ ਹੁੰਦਾ ਵਾ ਰੱਦ ਤੋਂ ਬਗੈਰ, ਸਾਰਾ ਕੁਝ ਬਦਲ ਲਓ, ਜੋ ਕਰਨ ਉਹ ਆਂਦੇ ਕਰ ਲਓ, ਵੀ ਜੋ ਮਰਜ਼ੀ ਅਮੈਂਡਮੈਂਟ ਕਰ ਲਓ। ਇਹਨਾਂ ਦੇ ਕਹਿਣ ਤੇ ਹੀ ਆ ਵੀ ਸਰਕਾਰ ਆਂਦੀ ਆ ਵੀ ਜੋ ਮਰਜ਼ੀ ਬਦਲ ਲਓ ਅੰਦਰੋਂ, ਤੇ ਰੱਦ ਨਾ ਕਹੋ। ਤੇ ਜੇ ਆਪਾਂ ਨੂੰ ਨਾ ਉਹਨਾਂ ਨੂੰ ਪਿੱਠ ਦਾ ਸਵਾਲ ਬਣਾਉਣਾ ਚਾਹੀਦਾ ਵੀ ਸਾਡੀ ਪਿੱਠ ਲੱਗ ਜੂਗੀ, ਮੁੱਛ ਦਾ ਸਵਾਲ, ਤੇ ਨਾ ਕਿਸਾਨਾਂ ਨੂੰ ਜਾਂ ਇਹਨਾਂ ਦੇ ਆਗੂਆਂ ਨੂੰ ਬਣਾਉਣਾ ਚਾਹੀਦਾ। ਇਹਨੂੰ ਮਸਲੇ ਨੂੰ ਹੱਲ ਕਰਨਾ ਕੱਲਾ ਸਰਕਾਰ ਦੇ ਨਹੀਂ, ਜਾਂ ਭਾਰਤੀ ਜਨਤਾ ਪਾਰਟੀ ਅੱਗੇ ਵੀ ਕੀ ਸੀ, ਹੁਣ 3 MLA ਆ, ਪਿੱਛੇ ਹੁਣ 2 ਰਹਿ ਗਏ ਆ, 2 MLA ਆ ਨਾ ਵੀ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜੇ, ਇਹਦਾ ਕੋਈ ਮਾਇਨਾ ਨਹੀਂਗਾ। ਸਰਕਾਰ ਕੋਈ ਬਣੇ ਕੋਈ ਨਾ ਬਣੇ, ਸਰਕਾਰਾਂ ਬਣਦੀਆਂ ਬਣਨਗੀਆਂ, ਕਦੀ ਕੋਈ ਬਣੂ ਕਦੀ ਕੋਈ ਬਣੂਗੀ। ਇਹ ਮਸਲਾ ਹੱਲ ਕਰਨਾ ਕਿੰਨਾ ਜ਼ਰੂਰੀ ਹੈ, ਇਹ ਸਾਰਾ ਪੰਜਾਬ ਦੇ ਤੇ ਪੂਰੇ ਦੁਨੀਆ ਦੇ ਇੱਕ ਬੰਦਾ ਸਮਝਦਾ, ਤੇ ਇਹਨੂੰ ਦੋਵਾਂ ਧਿਰਾਂ ਨੂੰ ਜਿਹੜਾ ਵਾ ਇਹ ਇਸ ਪਾਸੇ ਆਉਣਾ ਚਾਹੀਦਾ। ਮੇਰੀ ਕੀ ਹੈ, ਮੈਂ ਤੁਹਾਨੂੰ ਦੱਸਿਆ ਵਾ ਵੀ ਜੇ ਮੈਨੂੰ ਬਿਲਕੁਲ ਹੀ ਲੋਕ ਕਹਿਣਗੇ ਲੜੋ ਤੇ ਮੈਂ ਆਪਣਾ ਝੰਡਾ ਲੈ ਕੇ ਚੱਲ ਜਾਊਂਗਾ, ਮੈਂ ਤਦ ਵੀ ਜਿੱਤੂਗਾ, ਮੈਂ ਤੁਹਾਨੂੰ ਇੱਕ ਗਰੰਟੀ ਦੇਣਾ। ਪਰ ਇਹ ਆ ਵੀ ਜੇ ਕੱਲ ਨੂੰ ਕੋਈ ਲਾਈਕ ਮਾਈਂਡਡ ਜਿਹੜਾ ਵਾ ਮੈਨੂੰ, ਜੇ ਇਹ ਪਾਰਟੀ ਪਹਿਲਾਂ ਤੇ ਇਸ ਵੇਲੇ ਮੇਰੀ ਲੜਾਈ ਹੈ ਪਾਰਟੀ ਦੇ ਵਿੱਚ, ਇਹ ਮਸਲਾ ਹੱਲ ਕਰ ਦੇਣ, ਇਹ ਮਸਲਾ ਹੱਲ ਕਰ ਲੈਣ, ਤੇ ਮੈਂ ਇਹਨਾਂ ਕੋਲ ਮਾਫੀ ਮੰਗ ਲਵਾਂ ਵੀ ਤੁਹਾਨੂੰ ਲੱਗਾ ਨਾ ਜੇ ਕੋਈ ਮੇਰੇ ਤੋਂ ਵੀ ਮੇਰੀ ਕੋਈ ਗੱਲ ਔਖੀ ਲੱਗੀ ਹੈ, ਚਲੋ ਮੇਰੀ ਗੱਲ ਤੇ ਉੱਤੇ ਤੁਸੀਂ ਮਸਲਾ ਹੱਲ ਕਰਤਾ, ਮੇਰੀ ਗੱਲ ਸਿੰਸੈਰਿਟੀ ਦੇ ਨਾਲ ਤੁਸੀਂ ਲੈ ਲਈ, ਤੁਹਾਨੂੰ ਲੱਗੀ ਵੀ ਠੀਕ ਹੈ, ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹੂੰ ਮੈਨੂੰ ਮਾਫੀ ਦੇ ਦਿਓ, ਕੋਈ ਗੱਲ ਨਹੀਂ, ਮੈਨੂੰ ਹੋਰ ਕੋਈ ਕੰਮ ਪਾਰਟੀ ਦੇ ਦਿਓ, ਮੈਨੂੰ ਕੋਈ ਫਰਕ ਨਹੀਂ। ਅੱਛਾ, ਇੱਕ ਹੋਰ ਦੱਸਿਓ, ਹੁਣ ਮਸਲਾ ਹੱਲ ਕਰ ਦੇਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਕਿਸਾਨਾਂ ਨੂੰ, ਲਗਭਗ 5-6 ਮਹੀਨੇ ਇਸ ਗੱਲ ਨੂੰ ਵੀ ਲੰਘ ਚੁੱਕੇ ਨੇ। ਤੁਸੀਂ ਪਾਰਟੀ ਦੇ ਵਿੱਚ ਵੱਡੇ ਅਹੁਦੇ ਤੇ ਰਹੇ, ਜੇ ਫੋਨ ਕਾਲ ਉਹਨਾਂ ਨੂੰ ਨਹੀਂ ਕੀਤੀ, ਉਹਨਾਂ ਨੂੰ ਅੱਜ ਤੱਕ ਕਿਸਾਨ ਆਗੂ ਕਹਿੰਦੇ ਨੇ ਸਾਨੂੰ ਤਾਂ ਨੰਬਰ ਵੀ ਨਹੀਂ ਦਿੱਤਾ, ਅਸੀਂ ਫੋਨ ਕਰ ਲੈਂਦੇ, ਜ਼ਰੂਰੀ ਨਹੀਂ ਕਿ ਮੋਦੀ ਜੀ ਕੋਲ ਸਮਾਂ ਨਹੀਂ ਹੋਣਾ। ਜਦੋਂ ਤੁਸੀਂ, ਤੁਹਾਡੇ ਵਰਗੇ ਲੀਡਰ ਨੇ, ਕਿ ਤੁਹਾਡੀ ਕਦੇ ਪਿਛਲੇ 7 ਸਾਲਾਂ 'ਚ ਮਿਲਣੀ ਹੋ ਸਕੀ ਹੈ, ਕਦੀ ਫੋਨ ਤੇ ਗੱਲਬਾਤ ਹੋ ਸਕੀ ਹੈ, ਕਦੇ ਟਾਈਮ ਮਿਲਿਆ? ਵੱਡੇ ਆਗੂਆਂ ਕੋਲ ਇੰਨਾ ਸਮਾਂ ਹੈ
ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਸਮਾਂ ਕੱਢ ਸਕਣ? ਸੱਚਮੁੱਚ ਹੈ ਜੀ? ਕਦੇ ਗੱਲਬਾਤ ਹੋਈ ਜੀ? ਨਹੀਂ, ਐਸੀ ਗੱਲ ਨਹੀਂ। ਇੰਨੇ ਸੈਂਸਿਟਿਵ ਇਸ਼ੂ ਦੇ ਉੱਤੇ ਜਿਹੜਾ ਵਾ ਗੱਲ ਕਰਨੀ, ਕੋਈ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਹੁਣ ਮੈਂ ਨਹੀਂ ਗੱਲ ਕਰਨੀ। ਗੱਲ ਤੇ ਮੇਰਾ ਖਿਆਲ ਕੋਈ ਅੜੀ ਦੇ ਵਿੱਚ ਹੀ ਪਈ ਆ, ਹੋਰ ਕੋਈ ਗੱਲ ਨਹੀਂ ਐਸੀ। ਵੀ ਇਹੋ ਜਿਹਾ ਸੈਂਸਿਟਿਵ ਇਸ਼ੂ ਮੁੱਕਦਾ ਹੋਵੇ ਤਾਂ ਪ੍ਰਧਾਨ ਮੰਤਰੀ ਜੀ ਮੇਰਾ ਖਿਆਲ ਸਾਰੀ ਦਿਹਾੜੀ ਵੀ ਦੇ ਸਕਦੇ ਆ। ਜਿਹੜੇ ਮਨ ਕੀ ਬਾਤ ਕਰਦੇ ਆ, ਇੰਨਾ ਟਾਈਮ ਜਿਹੜਾ ਵਾ ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਸਮਾਜ ਦੇ ਵਿੱਚ ਕੋਵਿਡ ਦੇ ਵਿੱਚ ਬੜੇ ਐਕਟਿਵ ਰਹੇ ਆ। ਕੋਈ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਜੀ ਖੁਦ ਟਾਈਮ ਨਹੀਂ ਕੱਢਦੇ। ਉਹ ਟਾਈਮ ਪੂਰੀ ਦਿਹਾੜੀ ਵੀ ਕੱਢ ਸਕਦੇ ਕਿਸਾਨਾਂ ਵਾਸਤੇ, ਪਰ ਸਾਰਥਕ ਗੱਲ ਵਾਸਤੇ ਦੋਵਾਂ ਪਾਸੇ ਮਾਹੌਲ ਜਿਹੜਾ ਵਾ ਉਹ ਬਣਾਉਣਾ ਜ਼ਰੂਰੀ ਆ। ਇਸ ਕਰਕੇ ਮੈਂ ਸਮਝਦਾ ਵਾਂ ਕਿ ਇਹ ਫੋਨ ਕਾਲ ਦੀ ਜਿਹੜੀ ਗੱਲ ਹੈ, ਅੱਜ ਕੱਲ੍ਹ ਤੇ ਮੀਡੀਆ ਸਾਰਾ ਫੋਨ ਹੀ ਆ। ਜੇ ਮੀਡੀਆ 'ਚ ਕੋਈ ਇਸ ਤਰ੍ਹਾਂ ਕਿਸੇ ਚੈਨਲ ਤੇ ਵੀ ਕਹਿ ਦੇ ਪ੍ਰਧਾਨ ਮੰਤਰੀ ਜੀ ਦੱਸੋ ਕਿੱਦਣ ਆਈਏ ਗੱਲਬਾਤ ਨੂੰ, ਤੇ ਪ੍ਰਧਾਨ ਮੰਤਰੀ ਜੀ ਵੀ ਮੀਡੀਆ ਤੇ ਹੀ ਕਹਿ ਦੇਣ ਵੀ ਆ ਜਾਓ, ਕੱਲ੍ਹ ਆ ਜਾਓ ਜਾਂ ਪਰਸੋਂ ਆ ਜਾਓ, ਫਲਾਣੇ ਟਾਈਮ ਤੇ ਆ ਜਾਣ, ਤੇ ਫੋਨ ਹੀ ਆ। ਕੀ ਆ ਤੁਹਾਡੇ ਜਿਹੜੇ ਚੈਨਲ ਆ? ਜੋਸ਼ੀ ਸਾਹਿਬ ਉਹਨਾਂ ਤਾਂ ਚਿੱਠੀ ਵੀ ਲਿਖ ਦਿੱਤੀ, ਉਹਨਾਂ ਨੇ ਤਾਂ ਸਾਡੇ ਤੱਕ ਕਈ ਵਾਰੀ ਇਹ ਸੁਨੇਹੇ ਪਹੁੰਚਾਏ ਨੇ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ, ਅੱਗੇ ਵੀ ਸਾਨੂੰ ਸੱਦਦੇ ਸੀ, ਅਸੀਂ ਅੱਗੇ ਵੀ ਜਾਂਦੇ ਹਾਂ, ਪਰ ਇਹ ਚਿੱਠੀਆਂ ਦੇ ਬਾਵਜੂਦ, ਆ ਸੁਨੇਹਿਆਂ ਦੇ ਬਾਵਜੂਦ ਸੁਨੇਹਾ ਆਇਆ ਨਹੀਂ ਜੀ ਕੋਈ। ਬੈਨੀਪਾਲ ਜੀ, ਇਹ ਚੀਜ਼ ਤਾਂ ਮੈਨੂੰ ਅੰਦਰੂਨੀ ਪਤਾ ਨਹੀਂ ਵੀ ਕਿੱਥੇ ਪੇਚ ਅੜਿਆ ਕਿੱਥੇ ਆ, ਪਰ ਪੇਚ ਤੇ ਅੜਿਆ ਤੇ ਮੈਂ ਤਦ ਹੀ ਕਿਹਾ ਨਾ ਵੀ ਇਹਨੂੰ ਮੁੱਛ ਦਾ ਤੇ ਪਿੱਠ ਦਾ ਸਵਾਲ ਨਹੀਂ ਬਣਾਉਣਾ ਚਾਹੀਦਾ। ਖਾਸ ਕਰਕੇ ਮੈਂ ਬਹੁਤ ਸਾਰੇ ਇੰਟਰਵਿਊ 'ਚ ਕਿਹਾ ਵੀ ਮਾਈ ਬਾਪ ਤੇ ਕਦੀ ਨਹੀਂ ਬਣਾਉਂਦੇ। ਸਰਕਾਰ ਮਾਈ ਬਾਪ ਹੁੰਦੀ ਆ, ਜਿਹੜੀ ਰਿਆਇਆ ਬੱਚੇ ਹੁੰਦੇ ਆ। ਆਪਾਂ ਕਿਸੇ ਵੇਲੇ ਕੋਈ ਬੱਚਾ ਜਿੱਦ ਕਰ ਲੇ ਕਿਸੇ ਗੱਲ ਦੀ ਉੱਤੇ, ਮੈਨੂੰ ਆਹ ਲੈ ਕੇ ਦਿਓ, ਕੋਈ ਆਪਾਂ ਨੂੰ ਲੱਗਦਾ ਹੋਵੇ ਮਾਂ ਪਿਓ ਨੂੰ ਵੀ ਇਹ ਚੀਜ਼ ਚੰਗੀ ਨਹੀਂ, ਖਤਰਨਾਕ ਇਹਦੇ ਵਾਸਤੇ। ਅੱਜ ਕੱਲ੍ਹ ਬੁਲਟ ਮੋਟਰਸਾਈਕਲ ਮੰਗਦੇ ਬੱਚੇ। ਜਿਹੜਾ 10ਵੀਂ ਪੜ੍ਹ ਜਾਂਦਾ ਨਾ ਜਾਂ +2 ਕਰ ਜਾਂਦਾ, ਮੈਨੂੰ ਬੁਲਟ ਲੈ ਕੇ ਦਿਓ, ਵੇਖੋ ਵੇਖੀ। ਮਾਂ ਪਿਓ ਨੂੰ ਡਰ ਹੁੰਦਾ, ਪਤਾ ਨਹੀਂ ਭਜਾਉਂਦੇ ਆ ਬੱਚੇ, ਕੀ ਕਰਦੇ ਆ, ਇਹ ਕਿਤੇ ਸੱਟ ਲਵਾ ਲੈਣਗੇ। ਤੇ ਬਹੁਤ ਸਾਰੇ ਐਕਸੀਡੈਂਟਾਂ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾਂਦੀਆਂ, ਠੀਕ ਹੈ ਨਾ। ਮਾਂ ਪਿਓ ਡਰਦਾ, ਪਰ ਬੱਚੇ ਜਦੋਂ ਜਿੱਦ ਕਰ ਲੈਂਦੇ ਆ, ਹਫ਼ਤਾ ਹਫ਼ਤਾ ਰੋਟੀ ਨਹੀਂ ਖਾਂਦੇ, ਗੁੱਸੇ ਰੁੱਸੇ ਰਹਿੰਦੇ, ਮਾਂ ਪਿਓ ਕੋਲ ਨਹੀਂ ਵੇਖਿਆ ਜਾਂਦਾ। ਅਖੀਰ ਮਾਂ ਪਿਓ ਜਾ ਕੇ ਨਾ ਸ਼ੋਰੂਮ ਤੇ ਉਹਨੂੰ ਉਹਦੇ ਦੱਸ ਕਿਹੜਾ ਰੰਗ ਲੈਣਾ ਭਰਾਵਾ, ਦੱਸ ਦੇ, ਚਲੋ ਫੇਰ ਸਮਝਾ ਲਾਂਗੇ ਇਹਨੂੰ ਕਿਸ ਤਰ੍ਹਾਂ, ਅੱਜ ਇਹਦੀ ਜਿਹੜੀ ਆ ਡੈਡ ਲੁੱਕ ਤੋੜੀਏ। ਤੇ ਮਾਂ ਪਿਓ ਦੀ ਮੈਨੂੰ ਨਹੀਂ ਲੱਗਦਾ ਕਦੀ ਪਿੱਠ ਲੱਗੀ ਹੋਵੇ, ਮਾਂ ਪਿਓ ਦੀ ਪਿੱਠ ਕਦੀ ਨਹੀਂ ਲੱਗਦੀ। ਇਸ ਕਰਕੇ ਮੈਂ ਤੇ ਇਹ ਵੀ ਸੁਝਾਅ ਦਿੱਤਾ ਵੀ ਸਰਕਾਰਾਂ ਜਿਹੜੀਆਂ ਲੋਕ ਚੁਣਦੇ ਆ, ਇਹਨਾਂ ਦੀ ਸਰਕਾਰਾਂ ਦੀ ਪਿੱਠ ਨਹੀਂ ਲੱਗਦੀ ਹੁੰਦੀ। ਸਰਕਾਰ ਹੀ ਥੋੜਾ ਜਿਹਾ ਪੈਰ ਅੱਗੇ ਪੁੱਟ ਕੇ ਇਹਨਾਂ ਨੂੰ ਆਖੇ ਆਓ ਸਰਕਾਰ ਦੇ ਨਾਲ ਆਓ ਬਈਏ ਤੇ ਆਓ ਇਹਨੂੰ ਮਸਲੇ ਨੂੰ ਹੱਲ ਕਰੀਏ। ਇਸ ਕਰਕੇ ਇਹ ਤੇ ਸਰਕਾਰ ਕੋਲ ਬਹੁਤ ਤਾਕਤ ਆ, ਸਰਕਾਰ ਕੋਲ ਬਹੁਤ ਸੋਰਸਿਸ ਆ, ਸਰਕਾਰ ਕੋਲ ਬਹੁਤ ਸਿਸਟਮ ਹੈ, ਸਰਕਾਰ ਸਭ ਕੁਝ ਕਰ ਸਕਦੀ ਆ। ਇਸ ਕਰਕੇ ਸਰਕਾਰ ਨੂੰ ਇਹ ਪਹਿਲ ਕਰਨੀ ਚਾਹੀਦੀ ਦੁਬਾਰਾ ਵੀ ਆ ਕੇ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਜਿੱਥੇ ਵੀ ਮੁੱਕਦਾ ਇਹਨੂੰ ਮੁਕਾਉਣ। ਜੋਸ਼ੀ ਸਾਹਿਬ, ਤੁਸੀਂ ਕੀਮਤੀ ਸਮਾਂ ਦਿੱਤਾ ਹੈ। ਅਦਾਰਾ TVN ਦੇ ਵੱਲੋਂ ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਕੋਈ ਗੱਲ ਮੈਂ ਤੁਹਾਡੇ ਤੋਂ ਪੁੱਛ ਨਾ ਸਕਿਆ ਹੋਵਾਂ ਜਾਣ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ, ਉਹ ਤੁਸੀਂ ਸਾਂਝੀ ਕਰ ਸਕਦੇ ਹੋ ਜੀ? ਨਹੀਂ, ਇਹ ਤਾਂ ਮੈਂ ਤਾਂ ਇਸ ਤਰ੍ਹਾਂ ਹੀ ਬਹਿ ਜਾਂਦਾ ਜੀ। ਮੈਂ ਕਦੀ ਨਾ ਕੋਈ ਪੜ੍ਹ ਲਿਖ ਕੇ ਆਉਣਾ, ਮੈਂ ਤਾਂ ਮਨ ਦੀ ਗੱਲ ਕਰਦਾ। ਮੈਂ ਤੇ ਆਪਣੇ ਮਨ 'ਚ ਜੋ ਹੁੰਦਾ ਨਾ, ਜੋ ਤੁਸੀਂ ਆਂਦੇ, ਜੋ ਮੈਨੂੰ ਮੌਕੇ ਦੇ ਉੱਤੇ ਲੱਗਦਾ ਵੀ ਮੈਂ ਆਹ ਗੱਲ ਕਰਨੀ ਚਾਹੀਦੀ ਹੈ, ਮੈਂ ਕੋਈ ਇਹ ਹਿਸਾਬ ਕਿਤਾਬ ਨਹੀਂ ਲਾ ਕੇ ਆਉਂਦਾ ਵੀ ਜੇ ਮੈਨੂੰ ਆਹ ਸਵਾਲ ਪੁੱਛਿਆ, ਕਿਉਂਕਿ ਅੰਡਰਸਟੂਡ ਹੈ ਕਿ ਕਿਸਾਨਾਂ ਦੀ ਗੱਲ ਕਰਨੀ ਹੈ, ਤੁਸੀਂ ਪੰਜਾਬ ਦੀ ਐਜੂਕੇਸ਼ਨ ਦੀ ਗੱਲ ਕਰਨੀ ਹੈ, ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਨੀ ਹੈ, ਪਰ ਮੈਂ ਕੋਈ ਲਿਖ ਪੜ੍ਹ ਕੇ ਸੋਚ ਕੇ ਨਹੀਂ ਆਉਂਦਾ। ਜੋ ਮੇਰੇ ਮਨ 'ਚ ਮੌਕੇ 'ਤੇ ਆਉਂਦਾ ਮੈਂ ਕਹਿ ਦਿੰਦਾ। ਤੇ ਮੈਂ ਤਾਂ ਇਹੀ ਕਹੂੰਗਾ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਇਸ ਗੱਲ ਨੂੰ ਨੇੜੇ ਲੈ ਕੇ ਆਓ। ਸਾਰੀ ਦੁਨੀਆ ਇਹਦੇ ਤੋਂ ਜਿਹੜੀ ਆ ਉਹ ਚਿੰਤਤ ਆ ਪੂਰੀ। ਤੁਸੀਂ ਬੈਠੇ ਜੇ ਉੱਥੇ ਕੈਨੇਡਾ ਦੇ ਵਿੱਚ, ਅਮਰੀਕਾ ਸਾਡੇ ਭਰਾ, ਉਹ ਕਿੰਨੇ ਚਿੰਤਤ ਆ, ਮੌਕੇ ਤੇ ਨਹੀਂ ਗਏ। ਤੇ ਮੈਂ ਇਹਨਾਂ ਨੂੰ ਸਾਰੀ ਪਾਰਟੀ ਨੂੰ ਇਹ ਵੀ ਸਥਿਤੀ ਦੱਸੀ ਆ ਵੀ ਜਿਹੜਾ ਇੱਕ ਵਾਰੀ ਵੀ ਉੱਥੇ ਸਿੰਘੂ ਬਾਰਡਰ ਤੇ ਜਾਂ ਬਾਰਡਰਾਂ ਤੇ ਨਹੀਂ ਗਿਆ, ਐਜੀਟੇਸ਼ਨ 'ਚ ਨਹੀਂ ਗਿਆ, ਉਹ ਵੀ ਸਾਡੇ ਨਾਲ ਨਾਰਾਜ਼ ਆ। ਤੁਸੀਂ ਉਹਨਾਂ ਵਿਚਾਰਿਆਂ ਨੂੰ ਕਿਉਂ ਨਹੀਂ ਗੱਲ ਕਰਦੇ? ਸਾਨੂੰ ਹੁਣ ਪਤਾ ਹੀ ਨਹੀਂ ਕੁਛ ਵੀ ਇਹ ਗੱਲ ਕੀ ਕਰਦੇ ਪਏ ਆ। ਜਿਹੜੀ ਤੁਸੀਂ ਮੈਨੂੰ ਗੱਲ ਪੁੱਛੀ, ਇਹ ਆਪਣਾ ਇਹ ਜਿਹੜਾ ਵਾ ਇੱਕ ਫੋਨ ਕਾਲ ਦੇ ਉੱਤੇ ਆ ਤੇ ਕਿੱਥੇ ਗੱਲ ਅੜੀ ਆ ਵੀ ਉਹਨਾਂ ਨੇ ਚਿੱਠੀ ਵੀ ਪਾਤੀ। ਹੁਣ ਇਹਦੇ ਵਿੱਚ ਕਿਹੜੀ ਗੱਲ ਆ ਉਹ ਮੈਨੂੰ ਨਹੀਂ ਪਤਾ। ਹੁਣ ਪੰਜਾਬ ਪ੍ਰਧਾਨ ਨੂੰ ਕਿਹਾ 23 ਬੰਦੇ ਸੱਦ ਲਓ, ਉਹਨੇ ਸੱਦੇ ਨਹੀਂ। ਪਰ ਜੇ 23 ਬੰਦਿਆਂ ਨੂੰ ਪਤਾ ਹੀ ਨਹੀਂ ਹੋਊ ਕੱਖ ਵੀ ਇਹ ਕਰਦੇ ਕੀ ਪਏ ਆ, ਤੇ ਅਸੀਂ ਪਬਲਿਕ ਜਾ ਕੇ ਕੀ ਜਵਾਬ ਦੇਵਾਂਗੇ? ਲੋਕੀ ਤਾਂ ਸਾਨੂੰ ਸਮਝਦੇ ਆ ਮੰਤਰੀ ਰਹੇ ਆ, MLA ਰਹੇ ਆ, ਤੇ ਲੋਕੀ ਸਾਨੂੰ ਸਵਾਲ ਕਰਦੇ ਯਾਰ ਤੁਸੀਂ ਕਹਿੰਦੇ ਮੋਦੀ ਸਾਹਿਬ ਨੂੰ ਕਹੋ। ਜਿਸ ਤਰ੍ਹਾਂ ਸਾਡੀ ਰੋਜ਼ ਫੋਨ ਤੇ ਗੱਲ ਹੁੰਦੀ ਆ ਵੀ ਮੋਦੀ ਸਾਹਿਬ ਨੂੰ ਕਵਾਂਗੇ ਤੇ ਸਾਡੀ ਤੁਸੀਂ 2 ਬੰਦੇ ਰੱਖੇ ਨਹੀਂ ਜੋ ਹਰਜੀਤ ਤੇ ਸਰਜੀਤ ਉਹ ਕਰਾ ਦਿੰਦੇ ਨੇ, ਕਹਿੰਦੇ ਅਸੀਂ ਸਿੱਧੀ ਗੱਲ ਕਰਾ ਦਿੰਦੇ ਆ। ਉਹ ਤਾਂ ਲੜਦੇ ਆ, ਉਹ ਤੇ ਗੱਲ ਗੁੱਲ ਤੇ ਕੀ ਕਰਾਉਣੀ ਆ ਉਹਨਾਂ ਨੇ। ਤੇ ਸਗੋਂ ਗਰੇਵਾਲ ਸਾਹਿਬ ਨੇ ਤੇ ਜੋ ਚੰਦ ਚਾੜਿਆ ਤੁਹਾਨੂੰ ਦੱਸਿਆ ਵੀ ਅੱਧੀ ਕੁੱਠ ਤੇ ਜਿਹੜੀ ਉਹਨਾਂ ਦੇ ਬਿਆਨਾਂ ਕਰਕੇ ਪਈ ਹੈ, ਜੋ ਜਿਹੜੀ ਭਾਸ਼ਾ ਬੋਲਦੇ ਆ। ਅੱਛਾ, ਕੁਦਰਤੀ ਗੱਲ ਵਿੱਚੋਂ ਨਿਕਲਿਆ ਹੀ, ਭਾਵੇਂ ਸਮਾਂ ਸਮਾਪਤੀ ਵੱਲ ਸੀ। ਅੱਛਾ, ਮੈਨੂੰ ਇਹ ਦੱਸਿਓ ਵੀ ਇਹ ਕਿੰਨੀ ਕੁ ਗੰਭੀਰ ਗੱਲ ਹੈ? ਕਿਸਾਨਾਂ ਨੇ 11 ਮੀਟਿੰਗਾਂ ਕੀਤੀਆਂ ਨੇ, ਉਹ ਅੰਦਰ ਮੀਟਿੰਗ ਕਰਨ ਗਏ ਹੁੰਦੇ ਸੀ ਕਿਸਾਨ ਭਵਨ 'ਚ, ਤੇ ਇੱਧਰ ਹਰਜੀਤ ਸਿੰਘ ਹੋਰੀ ਬਾਹਰ ਮੀਡੀਆ ਨੂੰ ਇੱਕ ਇੰਟਰਵਿਊ ਦੇ ਰਹੇ ਹੁੰਦੇ ਸੀ। ਕਾਨੂੰਨ ਨਹੀਂ ਰੱਦ ਹੋਣੇ, ਮੀਟਿੰਗ 'ਚ ਤੁਸੀਂ ਨਹੀਂ, ਕਿਸਾਨ ਤੁਸੀਂ ਨਹੀਂ, ਕੀ ਤੁਹਾਨੂੰ ਕਿਹਾ ਫਿਰ ਮੀਟਿੰਗ ਕਰਨ ਦਾ ਕੀ ਫਾਇਦਾ? ਇਹ ਕਿੱਡੀ ਕੁ ਗੰਭੀਰ ਲੱਗਦੀ ਸੀ ਗੱਲ ਤੁਹਾਨੂੰ? ਬੇਨੀਪਾਲ ਜੀ, ਇਹ ਪਤਾ ਕੀ ਹੈ, ਜਿੱਦਣ ਇਹ ਮਸਲਾ ਖਤਮ ਹੋ ਗਿਆ, ਇਹਨਾਂ ਦੀ ਰਾਜਨੀਤੀ ਖਤਮ ਹੋ ਜਾਣੀ ਹੈ।
ਇਹਨਾਂ ਨੂੰ ਲੋਕੀ ਉਹਨਾਂ ਚਿਰ ਸੁਣਦੇ ਪਏ ਆ ਜਿੰਨਾ ਚਿਰ ਇਹ ਮਸਲਾ ਖੜਾ। ਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਸਾਰਾ ਜ਼ੋਰ ਇਸ ਗੱਲ ਤੇ ਲਾਇਆ ਵਾ ਵੀ ਇਹ ਜੇ ਕੋਈ ਜੀ ਵੀ ਕਰਦਾ ਹੋਵੇ ਨਾ ਕਿਸਾਨਾਂ ਦਾ, ਵੀ ਚਲੋ ਚੱਲੀਏ ਯਾਰ ਗੱਲਬਾਤ ਕਰਨ, ਜਾਂ ਕੋਈ ਹੋਰ ਪੋਲਾਈਟਲੀ ਗੱਲ ਕਰਕੇ ਕਹਿ ਦਈਏ ਉਹਨਾਂ ਸਰਕਾਰ ਨੂੰ, ਕੋਈ ਨਿੱਕੀ ਮੋਟੀ ਵਾਧਾ ਘਾਟਾ ਕਰਕੇ ਕਹਿ ਦਈਏ, ਤੇ ਉਹ ਜਦੋਂ ਇਹੋ ਜਿਹਾ ਕੋਈ ਬਿਆਨ ਦਿੰਦੇ ਆ ਉਹਨਾਂ ਨੂੰ ਵੀ ਬੰਦੇ ਤੇ ਪੰਜਾਬੀ ਖੁੰਦਕੀ ਆ ਸਾਰੇ ਹੀ ਨਾ, ਪੰਜਾਬ ਦਾ ਪਾਣੀ ਇਹੋ ਜਿਹਾ ਵਾ, ਅੜੀਅਲ ਪਾਣੀ ਆ। ਇਸ ਕਰਕੇ ਉਹ ਗੱਲ ਤੇ ਜਿਹੜੀ ਆ ਇੱਥੇ ਫਿਰ ਉਹ ਉਦੋਂ ਬਿਆਨ ਦੇ ਦਿੰਦੇ ਆ, ਉਹ ਫਿਰ ਆਂਦੇ ਚੱਲ ਯਾਰ ਇਹਨੂੰ ਜ਼ੋਰ ਲਾ ਲੈਂਦੇ, ਭਲਾ ਇਹਦਾ ਕੀ ਕਰ। ਇਸ ਕਰਕੇ ਕਈ ਬੰਦੇ ਜਿਹੜੇ ਆ ਨਾ ਉਹ ਚਾਹੁੰਦੇ ਹੀ ਨਹੀਂਗੇ ਵੀ ਇਹ ਮਸਲਾ ਹੱਲ ਹੋਵੇ। ਉਹ ਭਾਸ਼ਾ ਜਿਹੜੀ ਹੈ ਨਾ ਉਹਨੇ ਬਹੁਤ ਕੰਮ ਖਰਾਬ ਕੀਤਾ, ਤੇ ਉਹਨੇ ਜਿਹੜੀ ਤੁਹਾਨੂੰ ਦੱਸਿਆ ਨਾ ਪਾਰਟੀ ਦੇ ਵਰਕਰਾਂ ਨਾਲ ਜੋ ਕੁਝ ਹੋਇਆ ਉਹਦੇ ਚ 80% ਉਹਨਾਂ ਦੀ ਕਿਰਪਾ ਹੀ ਆ, ਵੀ ਜੇ ਉਹ ਨਾ, ਉਹ ਤਾਂ ਕਾਬੂ ਨਹੀਂ ਆਉਂਦੇ, ਉਹ ਬਹੁਤ ਸਿਕਿਉਰਿਟੀ ਦੇ ਨਾਲ ਨਿਕਲਦੇ ਆ, ਤੇ ਜਿਹੜਾ ਜ਼ੋਰ ਚੜ ਜਾਂਦਾ ਉਹਨਾਂ ਦਾ, ਜਿਹੜਾ ਫਿਰ ਬੀਜੇਪੀ ਦਾ ਕਾਬੂ ਆਉਂਦਾ, ਉਹ ਉੱਥੇ ਉਹਨੂੰ ਕਾਬੂ ਕਰ ਲੈਂਦੇ ਆ। ਇਸ ਕਰਕੇ ਉਹ ਐਮਐਲਏ ਵਿਚਾਰਾ ਇੰਨਾ ਸ਼ਰੀਫ ਸੀਗਾ, ਉਹ ਤੇ ਮੈਨੂੰ ਬਹੁਤ ਦੇਰ ਆਉਂਦਾ ਰਿਹਾ ਵੀ ਆਪਾਂ ਬਈਏ, ਆਪਾਂ ਇੱਕ ਗਰੁੱਪ ਬਣਾ ਕੇ ਤੇ ਚੱਲੀਏ ਦਿੱਲੀ, ਆਪਾਂ ਹੀ ਗੱਲ ਕਰ ਲਈਏ। ਉਹ ਉਹਨਾਂ ਦਿਨਾਂ 'ਚ ਮੈਨੂੰ ਕਹਿੰਦਾ ਪਿਆ ਸੀ ਐਮਐਲਏ ਸਾਡਾ, ਤੇ ਉਹ ਬਜਾਏ ਇਹਦੀ ਉਹ ਗੱਲਬਾਤ ਤੇ ਸਾਡੀ ਏਡੀ ਹੋਈ ਨਹੀਂ। ਚੰਡੀਗੜ੍ਹ ਹੀ ਮਿਲੇ ਸੀ ਅਸੀਂ ਜਦੋਂ ਕਾਰਜਕਾਰਨੀ ਦੀ ਮੀਟਿੰਗ, ਉਦੋਂ ਮੈਂ ਗੱਲ ਕੀਤੀ ਸੀ, ਤੇ ਉਦੋਂ ਤੋਂ ਬਾਅਦ ਆਉਂਦਾ ਵੀ ਆਪਾਂ ਹੀ ਇਕੱਠੇ ਹੋ ਜਾਈਏ, ਤੁਸੀਂ ਲੈ ਕੇ ਚੱਲੋ, ਜਾਂ ਮੈਂ ਕਿਹਾ ਯਾਰ ਮੈਂ ਕਿਸ ਅਥਾਰਟੀ ਨਾਲ ਲੈ ਕੇ ਚੱਲਣਾ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਵਿਚਾਰੇ ਨੂੰ ਇਹ ਕੁਛ ਹੋ ਗਿਆ। ਤੇ ਇਹ ਸਾਰੀ ਤੁਹਾਨੂੰ ਦੱਸਿਆ ਵਾ ਵੀ ਖੁੰਦਕ ਜਿਹੜੀ ਹੁੰਦੀ ਆ ਨਾ, ਜਿਹੜਾ ਕੋਈ ਮੰਦਾ ਬੋਲਦਾ ਉਹਦੇ ਕਰਕੇ ਬਾਕੀ ਪਾਰਟੀ ਨੂੰ ਭੁਗਤਣੀ ਪੈਂਦੀ ਆ ਜੀ। ਇਸ ਕਰਕੇ ਇਹ ਚਾਹੁੰਦੇ ਨਹੀਂ ਇਹਨਾਂ ਦੀ ਰਾਜਨੀਤੀ ਹੋ ਸਕਦਾ ਉਦੋਂ ਤੋਂ ਬਾਅਦ ਖਤਮ ਹੋ ਜਾਏ, ਕਿਉਂਕਿ ਗਰਾਊਂਡ ਦੇ ਉੱਤੇ ਤੇ ਹੈ ਕੁਛ ਨਹੀਂਗਾ ਜੀ। ਸੋ ਜੋਸ਼ੀ ਸਾਹਿਬ ਤੁਸੀਂ ਸਮਾਂ ਦਿੱਤਾ ਹੈ, ਤੁਹਾਡਾ ਤਹਿ ਦਿਲੋਂ ਧੰਨਵਾਦ। ਫਿਰ ਕਿਸ ਤਰ੍ਹਾਂ ਆਪਾਂ ਸਬੱਬ ਬਣਿਆ ਗੱਲਬਾਤ ਕਰਾਂਗੇ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਬੈਨੀ ਧੰਨਵਾਦ ਜੀ। ਦੋਸਤੋ ਇਹ ਸਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਸਾਹਿਬ, ਜਿਨ੍ਹਾਂ ਨੇ ਦਿਲ ਖੋਲ ਕੇ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਕੀਤੀਆਂ ਤੇ ਅੱਜ ਵੀ ਲੁਕੋ ਕੇ ਕੁਝ ਨਹੀਂ ਰੱਖਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਡਾ ਘਰਾਂ ਤੋਂ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ, ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਮੂੰਹ 'ਚ ਘੁੰਗਣੀਆਂ ਪਾਈ ਬੈਠਿਆ ਨਾ ਦਿੱਲੀ ਜਾ ਕੇ ਕੁਝ ਕਹਿੰਦੇ, ਪਰ ਦਿੱਲੀ ਵਾਲਿਆਂ ਦਾ ਸੁਨੇਹਾ ਪੰਜਾਬ 'ਚ ਆ ਕੇ ਹੂਬਹੂ ਜ਼ਰੂਰ ਦੇ ਦਿੰਦੇ ਆ। ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਦੇ ਬਾਵਜੂਦ ਮੂੰਹ ਨਹੀਂ ਖੋਲਦੇ। ਮਨ ਕੀ ਬਾਤ ਘੱਟ ਕਰਦੇ ਆ, ਮਨਮਾਨੀ ਬਾਤ ਜ਼ਿਆਦਾ ਕਰਦੇ ਆ। ਤੁਹਾਨੂੰ ਅੱਜ ਦਾ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ? ਕਿਰਪਾ ਕਰਕੇ ਲਾਈਕ ਵੀ ਕਰਿਓ ਤੇ ਹੇਠਾਂ ਕਮੈਂਟ ਜ਼ਰੂਰ ਲਿਖਿਓ, ਤੇ ਨਾਲ ਹੀ ਚੰਗਾ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਅੱਜ ਦੇ ਸਮੇਂ ਦੀ ਸਮਾਪਤੀ ਤੋਂ ਪਹਿਲਾਂ ਆਖੀਏ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।